ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਬਾਣੀ ਦੀ ਕਲਾਸ ਵਿੱਚ ਜੁੜ ਚੁੱਕੇ ਗੁਰੂ ਰੂਪ ਖਾਲਸਾ ਸਤਸੰਗ ਜੀਓ ਵਡਭਾਗੇ ਹਾਂ। ਸਤਿਗੁਰੂ ਨੇ ਰਹਿਮਤ ਕੀਤੀ ਹੈ। ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਸੰਥਿਆ ਵਿੱਚ ਜੁੜੇ ਹਾਂ। ਕੱਲ ਅਸੀਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਉਹਨਾਂ ਨੂੰ ਸਰਵਣ ਕੀਤਾ ਸੀ। ਅੱਜ ਗੌੜੀ ਰਾਗ ਦੇ ਅੰਦਰ ਅਸ਼ਟਪਦੀਆਂ ਆਰੰਭ ਹੋਈਆਂ ਹਨ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀਆਂ ਹੋਈਆਂ, ਜਿਨ੍ਹਾਂ ਵਿੱਚੋਂ ਅੱਜ ਪਹਿਲੀ ਅਸ਼ਟਪਦੀ ਤੋਂ ਅਸੀਂ ਆਰੰਭ ਕਰਾਂਗੇ। ਸਾਰੀ ਸੰਗਤ ਬੜੇ ਅਦਭੁਤ ਸਤਿਕਾਰ ਦੇ ਨਾਲ ਗੁਰਫਤਿਹ ਦੇ ਨਾਲ ਸਾਂਝ ਬਣਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ, ਅਸ਼ਟਪਦੀਆਂ, ਮਹੱਲਾ ਪਹਿਲਾ। ਗੌੜੀ ਗੁਆਰੇਰੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਨਿੱਧ ਸਿੱਧ ਨਿਰਮਲ ਨਾਮ ਵਿਚਾਰ। ਪੂਰਨ ਪੂਰ ਰਹਿਆ ਬਿਖਮਾਰ। ਤ੍ਰਿਕੁਟੀ ਛੁਟੀ ਬਿਮਲ ਮਜਾਰ। ਗੁਰ ਕੀ ਮਤ ਜੀ ਆਈ ਕਾਰ। ਇਸ ਅਸ਼ਟਪਦੀ ਦੇ ਅੰਦਰ ਜੋ ਗੌੜੀ ਰਾਗ ਦੇ ਅੰਦਰ ਹੈ, ਜਿਸ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇਹਦੀ ਆਰੰਭਤਾ ਜਿਹੜੀ ਹੈ, ਜੋ ਸੰਖੇਪ ਰੂਪ ਵਿੱਚ ਮੂਲ ਮੰਤਰ ਹੈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ, ਪ੍ਰਮਾਤਮਾ ਦੀ ਹੋਂਦ ਨੂੰ ਦਰਸਾਉਂਦਾ ਹੋਇਆ, ਜਿਸ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਪ੍ਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਦੀਵੀ ਹੋਂਦ ਵਾਲਾ, ਸੱਚੇ ਨਾਮ ਵਾਲਾ, ਸਭਨਾਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਤੇ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। ਇਹ ਜਿਹੜੀ ਬਾਣੀ ਹੈ, ਇਹਨੂੰ ਗੌੜੀ ਗੁਆਰੇਰੀ ਅੰਦਰ ਵੀ ਗਾਉਣ ਦਾ ਸੰਕੇਤ ਦਿੱਤਾ ਹੈ। ਰਾਗ ਗੌੜੀ ਜਿਹੜਾ ਹੈ, ਗੁਆਰੇਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 8 ਬੰਦਾਂ ਵਾਲੀ ਬਾਣੀ ਹੈ। ਭਾਵ ਅਸ਼ਟਪਦੀ ਵੀ ਹੈ, ਜਿਹਦੀ ਰਚਨਾ 8 ਬੰਦਾਂ ਵਿੱਚ ਕੀਤੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਨਿੱਧ ਸਿੱਧ ਨਿਰਮਲ ਨਾਮ ਵਿਚਾਰ। ਜਿਹੜਾ ਨਿੱਧ ਭਾਵ ਖਜ਼ਾਨਾ, ਸਿੱਧ ਭਾਵ ਕਰਾਮਾਤ, ਕਰਾਮਾਤੀ ਤਾਕਤ, ਜਿਹੜੇ ਪ੍ਰਮਾਤਮਾ ਦੇ ਗੁਣ ਨੇ, ਉਹਨਾਂ ਗੁਣਾਂ ਦੀ ਵਿਚਾਰ ਮੇਰੇ ਵਾਸਤੇ ਰਿੱਧੀਆਂ ਸਿੱਧੀਆਂ ਹਨ। ਪ੍ਰਮਾਤਮਾ ਦਾ ਨਾਮ ਬਿਲਕੁਲ ਐਨ ਨਿਰਮਲ ਹੈ। ਮੇਰੀ ਆਤਮਾ ਦਾ ਖਜ਼ਾਨਾ ਹੀ ਪ੍ਰਮਾਤਮਾ ਦਾ ਨਾਮ ਹੈ। ਪੂਰਨ ਪੂਰ ਰਹਿਆ ਬਿਖਮਾਰ। ਜਿਹੜਾ ਪ੍ਰਮਾਤਮਾ ਹੈ, ਇਹ ਸਭ ਥਾਈਂ ਮੌਜੂਦ ਹੈ। ਪੂਰਨ ਪੂਰ ਭਾਵ ਹਰ ਜਗ੍ਹਾ ਘਟ ਘਟ ਅੰਤਰ, ਸਰਬ ਨਿਰੰਤਰ, ਹਰ ਜਗ੍ਹਾ ਦੇ ਅੰਤਰ ਭਾਵ ਅੰਦਰ ਉਹ ਪ੍ਰਮਾਤਮਾ ਮੌਜੂਦ ਹੈ। ਹਰ ਥਾਂ ਪ੍ਰਮਾਤਮਾ ਵਿਆਪਕ ਦਿਸ ਰਿਹਾ ਹੈ। ਤੇ ਮਾਇਆ, ਜਿਹੜੀ ਮਾਇਆ ਦੀ ਜ਼ਹਿਰ ਹੈ ਨਾ, ਪਾਹ ਲੱਗੀ ਜਿਹੜੀ ਅੰਦਰ ਮਨ ਦੇ ਅੰਦਰ ਵਿਖ, ਉਹ ਇਸ ਪ੍ਰਮਾਤਮਾ ਜਿਹੜਾ ਸਰਬ ਵਿਆਪਕ ਦਿਸ ਰਿਹਾ ਹੈ, ਸਾਰਿਆਂ ਥਾਵਾਂ ਦੇ ਵਿੱਚ ਹੁਣ ਮੌਜੂਦ ਮੈਨੂੰ ਦਿਸ ਰਿਹਾ ਹੈ, ਉਹਦੇ ਨਾਲ ਇਹ ਮੈਂ ਆਪਣੇ ਅੰਦਰੋਂ ਜਿਹੜੀ ਮਾਇਆ ਦੀ ਜ਼ਹਿਰ ਹੈ ਉਹ ਮਾਰ ਲਈ ਹੈ, ਭਾਵ ਖਤਮ ਕਰ ਲਈ ਹੈ। ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਨੇ। ਤ੍ਰਿਕਟੀ ਛੂਟੀ ਬਿਮਲ ਮਝਾਰ। ਜਿਹੜੀਆਂ ਮੱਥੇ ਦੇ ਉੱਤੇ ਤਿਉੜੀ ਪੈਂਦੀ ਹੈ ਨਾ, ਉਹਨੂੰ ਤ੍ਰਿਕੁਟੀ ਵੀ ਆਖਿਆ ਗਿਆ। 3 ਵਲਾਂ ਵਾਲੀ ਤ੍ਰਿਕੁਟੀ, ਜਿਹਦੀਆਂ 3 ਵਿੰਗੀਆਂ ਲਕੀਰਾਂ ਮੰਨ ਲਈਏ।
ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦੀ ਰਹਿਮਤ ਸਦਕਾ, ਉਹਦੀ ਬਰਕਤ ਦੇ ਨਾਲ, ਉਹਦੀ ਮੱਤ ਦੀ ਬਰਕਤ ਦੇ ਨਾਲ, ਪ੍ਰਮਾਤਮਾ ਦੇ ਪਵਿੱਤਰ ਹਰੀ ਨਾਮ ਦੇ ਨਾਲ, ਉਹਦੇ ਵਿੱਚ ਲੀਨ ਰਹਿਣ ਕਰਕੇ ਮੇਰੀ ਜਿਹੜੀ ਅੰਦਰਲੀ ਖਿਝ ਸੀ ਨਾ, ਜੋ ਮੈਂ ਮਨ ਦੇ ਅੰਦਰ ਖਿਝ ਪੈਦਾ ਹੁੰਦੀ ਸੀ, ਵਲਾਂ ਵਾਲੀ ਖਿਝ, ਕਦੀ ਕਿਸੇ ਪ੍ਰਕਾਰ ਕਦੀ ਕਿਸੇ ਪ੍ਰਕਾਰ, ਉਹ ਖਿਝ ਜਿਹੜੀ ਮੇਰੀ ਖਤਮ ਹੋ ਗਈ ਹੈ। ਗੁਰ ਕੀ ਮੱਤ ਜੀ ਆਈ ਕਾਰ, ਇਹ ਕਿੱਥੋਂ ਮਿਲੀ, ਕਿੱਥੋਂ ਪ੍ਰਾਪਤ ਹੋਈ? ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੀ ਦਿੱਤੀ ਹੋਈ ਮੱਤ ਨਾਲ। ਕਿਉਂਕਿ ਗੁਰੂ ਦੀ ਦਿੱਤੀ ਹੋਈ ਮੱਤ ਮੇਰੇ ਚਿੱਤ ਵਿੱਚ ਵਸ ਗਈ, ਉਹਦੇ ਬਰਕਤ ਸਦਕਾ ਇਹ ਜਿਹੜੀ ਉੱਪਰਲੀ ਦਿੱਤੀ ਹੋਈ ਮਾਇਆ ਜਿਹੜੀ ਹੈ ਨਾ, ਜਿਸ ਮਾਇਆ ਦੇ ਕਰਕੇ ਮੇਰੇ ਮੱਥੇ ਉੱਤੇ ਸਦਾ ਤਿਉੜੀ ਰਹਿੰਦੀ ਸੀ, ਉਹ ਗੁਰੂ ਦੀ ਕਿਰਪਾ ਸਦਕਾ ਖਤਮ ਹੋ ਗਈ। ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ। ਇਸ ਅਸ਼ਟਪਦੀ ਦਾ ਰਹਾਉ ਵਾਲਾ ਪਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਇਨ ਬਿਦ ਰਾਮ ਰਮਤ ਮਨ ਮਾਨਿਆ, ਪਰਮਾਤਮਾ ਦਾ ਜਿਹੜਾ ਨਾਮ ਹੈ ਉਹਨੂੰ ਸਿਮਰ ਸਿਮਰ ਕੇ ਮੇਰਾ ਜਿਹੜਾ ਮਨ ਹੈ ਉਹ ਸਿਮਰਨ ਵਿੱਚ ਰਿੱਝ ਗਿਆ। ਭਾਵ ਜਿੱਦਾਂ ਆਪਾਂ ਨੂੰ ਗੇਝ ਪੈ ਜਾਂਦੀ ਹੈ ਨਾ ਕੋਈ ਵੀ ਕਰਮ ਕਰਨ ਦੀ, ਜਿਹੜਾ ਕੰਮ ਅਸੀਂ ਰੋਜ਼ਾਨਾ ਕਰਦੇ, ਫਿਰ ਜੇ ਮਨੁੱਖ ਰਾਤ ਨੂੰ 8 ਵਜੇ ਸੌਂਦਾ ਹੈ, ਉਹ ਰੋਜ਼ਾਨਾ ਉਹਨੂੰ ਫਿਰ ਨੀਂਦ ਜਿਹੜੀ ਆ 8 ਵਜੇ ਨੀਂਦਰ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇ ਉਹ 10 ਵਜੇ ਰੋਟੀ ਖਾਂਦਾ ਹੈ, ਰੋਜ਼ਾਨਾ ਉਹਨੂੰ 10 ਵਜੇ ਭੁੱਖ ਲੱਗਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਮੇਰਾ ਮਨ ਹੈ ਨਾ, ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਦੇ ਵਿੱਚ ਗਿੱਝ ਗਿਆ, ਭਾਵ ਉਹਦੀ ਆਦਤ ਹੋ ਗਈ ਮੈਨੂੰ, ਹੁਣ ਮੈਂ ਸਿਮਰਨ ਤੋਂ ਬਗੈਰ ਰਹਿ ਨਹੀਂ ਸਕਦਾ। ਇਨ ਬਿਦ ਰਾਮ ਰਮਤ ਮਨ ਮਾਨਿਆ, ਹੁਣ ਮੇਰਾ ਮਨ ਜਿਹੜਾ ਪਤੀਜ ਗਿਆ, ਗਿੱਝ ਗਿਆ, ਹੁਣ ਮੈਂ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਨਹੀਂ ਰਹਿ ਸਕਦਾ। ਗਿਆਨ ਅੰਜਨ ਗੁਰ ਸ਼ਬਦ ਪਛਾਨਿਆ, ਤੇ ਇਹ ਜਿਹੜਾ ਗਿਆਨ ਅੰਜਨ, ਅੰਜਨ ਦਾ ਭਾਵ ਅਰਥ ਹੈ ਸੁਰਮਾ, ਹੁਣ ਮੈਂ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਮਾਤਮਾ ਦਾ ਗਿਆਨ ਰੂਪੀ ਜਿਹੜਾ ਸੁਰਮਾ ਸੀ ਉਹ ਲੱਭ ਲਿਆ, ਜਿਹਦੇ ਨਾਲ ਹੁਣ ਮੇਰੀ ਪ੍ਰਮਾਤਮਾ ਦੇ ਨਾਲ ਸਾਂਝ ਬਣ ਗਈ ਹੈ, ਮਿੱਤਰਤਾ ਬਣ ਗਈ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਇੱਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਭਰਮ ਚੁਕਾਇਆ, ਲਾਲ ਭਈ ਸੂਹਾ ਰੰਗ ਮਾਇਆ, ਨਦਰ ਭਈ ਬਿਖ ਠਾਕ ਰਹਾਇਆ। ਹੁਣ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਦੇ ਨਾਮ ਸਦਕਾ ਹੁਣ ਜਿਹੜਾ ਮੇਰਾ ਮਨ ਹੈ ਮੰਨ ਗਿਆ ਹੈ। ਇੱਕ ਸੁਖ ਮਾਨਿਆ ਸਹਿਜ ਮਿਲਾਇਆ, ਹੁਣ ਜਿਹੜਾ ਮੇਰਾ ਮਨ ਹੈ ਇਹ ਮੰਨ ਗਿਆ ਹੈ ਕਿ ਇੱਕ ਆਤਮਿਕ ਸੁੱਖ ਸਭ ਸੁੱਖਾਂ ਤੋਂ ਸ਼੍ਰੇਸ਼ਟ ਸੁੱਖ ਹੈ। ਜੇ ਮਨੁੱਖ ਆਤਮਾ ਨੂੰ ਸੁੱਖ ਮਿਲ ਜਾਏ ਨਾ, ਫਿਰ ਤਨ ਉੱਤੇ ਜਿੰਨੇ ਮਰਜ਼ੀ ਰੋਗ ਆ ਜਾਣ, ਤਨ ਉੱਤੇ ਜਿੰਨੇ ਮਰਜ਼ੀ ਕਸ਼ਟ ਆ ਜਾਣ, ਇਹ ਜਿਹੜੇ ਕਸ਼ਟ ਨੇ ਫਿਰ ਇਹ ਕਸ਼ਟ ਨਹੀਂ ਲੱਗਦੇ, ਕਿਉਂਕਿ ਆਤਮਿਕ ਸੁੱਖ ਸਭ ਤੋਂ ਉੱਚਾ ਸੁੱਖ ਹੈ। ਮਨੁੱਖ ਦੀ ਆਤਮਾ ਤ੍ਰਿਪਤ ਹੋ ਜਾਵੇ ਤੇ ਸਾਰਾ ਜੀਵਨ ਹੀ ਮਨੁੱਖ ਦਾ ਤ੍ਰਿਪਤ ਰਹਿੰਦਾ ਹੈ। ਮਿਲਿਆ ਕਿੱਦਾਂ? ਇਹ ਸਹਿਜ ਅਵਸਥਾ ਦੇ ਨਾਲ, ਤੇ ਸਹਿਜ ਅਵਸਥਾ ਅਸੀਂ ਉੱਤੇ ਰਹਾ ਵਾਲਾ ਪਦਾ ਪੜ੍ਹ ਹੀ ਰਹੇ ਹਾਂ ਕਿ ਗੁਰੂ ਦੇ ਸ਼ਬਦ ਰਾਹੀਂ ਜਿਹੜਾ ਵਾ ਉਹ ਗਿਆਨ ਰੂਪੀ ਸੁਰਮਾ ਮੇਰੀ ਅੱਖਾਂ ਵਿੱਚ ਪੈ ਗਿਆ। ਗਿਆਨ ਅੰਜਨ ਗੁਰ ਸ਼ਬਦ ਪਛਾਨਿਆ, ਇਹ ਗੁਰੂ ਦੇ ਸ਼ਬਦ ਰਾਹੀਂ ਪਤਾ ਚੱਲਿਆ। ਇਹ ਯਾਦ ਰੱਖਣਾ ਜਦੋਂ ਇਹ ਪੂਰੀ ਅਸ਼ਟਪਦੀ ਅਸੀਂ ਜਿਹੜੀ ਹੈ ਇਹਦੀ ਵਿਚਾਰ ਕਰਨੀ। ਅੱਗੇ ਨਾਲ ਹੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਨਿਰਮਲ ਬਾਣੀ ਭਰਮ ਚੁਕਾਇਆ। ਕਿੰਨੇ ਭਰਮ ਚੁਕਾਇਆ? ਨਿਰਮਲ ਜਿਹੜੀ ਬਾਣੀ ਹੈ, ਪਵਿੱਤਰ ਬਾਣੀ, ਜਿਸ ਬਾਣੀ ਦੇ ਰਾਹੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਮਨ ਜੁੜਦਾ ਹੈ, ਪ੍ਰਮਾਤਮਾ ਦੇ ਗੁਣਾਂ ਦਾ ਪਤਾ ਚੱਲਦਾ ਹੈ, ਸਾਂਝ ਬਣਦੀ ਹੈ। ਉਸ ਨਿਰਮਲ ਬਾਣੀ ਨੇ ਜਿਹੜਾ ਸੀ ਮੇਰੇ ਅੰਦਰ ਦਾ ਭਰਮ, ਜਿਹੜਾ ਭੁਲੇਖਾ ਸੀ, ਮੇਰੇ ਅੰਦਰ ਦੀ ਜਿਹੜੀ ਭਟਕਣਾ ਸੀ, ਉਹ ਖਤਮ ਕਰ ਦਿੱਤੀ। ਲਾਲ ਭਏ ਸੂਹਾ ਰੰਗ ਮਾਇਆ, ਹੁਣ ਸਿਮਰਨ ਦੀ ਬਰਕਤ ਦੇ ਨਾਲ ਜਿਹੜਾ ਸੀ ਨਾਮ ਦੇ ਵਿੱਚ ਜਿਹੜਾ ਮੇਰਾ ਮਨ ਰੰਗੀਜ ਗਿਆ, ਰੰਗਿਆ ਗਿਆ, ਉਹ ਵੀ ਪੱਕੇ ਮਜੀਠ ਵਰਗੇ ਰੰਗ ਨਾਲ।
ਹੁਣ ਐਨ ਮੇਰਾ ਮਨ ਜਿਸ ਤਰ੍ਹਾਂ ਲਾਲ ਰੰਗਿਆ ਹੋਇਆ ਹੈ, ਇਸ ਤਰ੍ਹਾਂ ਹੋ ਗਿਆ। ਹੁਣ ਮੈਨੂੰ ਪਤਾ ਚੱਲ ਗਿਆ ਕਿ ਜਿਹੜਾ ਨਕਲੀ ਜਿਹੜਾ ਮੈਂ ਰੰਗ ਚਾੜਿਆ ਸੀ ਆਪਣੇ ਮਨ ਉੱਤੇ, ਸੂਹਾ ਰੰਗ ਮਾਇਆ, ਜਿਹੜਾ ਮਾਇਆ ਦਾ ਰੰਗ ਸੀ, ਜਿਹੜਾ ਮੈਨੂੰ ਗਾੜਾ ਦਿਖਦਾ ਸੀ, ਅਸਲ ਵਿੱਚ ਉਹ ਫਿੱਕਾ ਰੰਗ ਸੀ। ਹੁਣ ਮੈਨੂੰ ਇਹ ਸਮਝ ਆ ਗਈ ਕਿ ਉਹ ਅਸਲ ਵਿੱਚ ਕੱਚਾ ਰੰਗ ਸੀ। ਜਿਹੜਾ ਸੂਹਾ ਰੰਗ ਹੈ ਉਹ ਲਾਲ ਹੈ, ਉਹ ਪ੍ਰਮਾਤਮਾ ਦੇ ਨਾਮ ਦਾ ਹੈ। ਲਾਲ ਰੰਗ ਜਿਸ ਕੋ ਲੱਗਾ ਜਿਸ ਕੇ ਵਡਭਾਗਾ। ਸੋ ਇਹ ਲਾਲ ਰੰਗ ਜਿਹੜਾ ਹੈ ਪ੍ਰਮਾਤਮਾ ਦੇ ਨਾਮ ਦਾ ਗੂੜਾ ਰੰਗ, ਉਹ ਮੇਰੇ ਮਨ ਉੱਤੇ ਚੜ ਗਿਆ। ਨਦਰ ਭਈ ਬਿਖ ਠਾਕ ਰਹਾਇਆ। ਇਹ ਗੁਰੂ ਸਾਹਿਬ ਇਸ ਪਦੇ ਵਿੱਚ ਆਖਦੇ ਨੇ, ਪ੍ਰਮਾਤਮਾ ਦੀ ਰਹਿਮਤ ਹੋਈ ਮੇਰੇ ਉੱਤੇ, ਉਹਦੀ ਨਜ਼ਰ ਹੋਈ ਤੇ ਮੈਂ ਮਾਇਆ ਦੇ ਜ਼ਹਿਰ ਨੂੰ ਆਪਣੇ ਉੱਤੋਂ, ਜਿਹੜਾ ਅਸਰ ਹੁੰਦਾ ਸੀ ਨਾ ਮਾਇਆ ਦੇ ਜ਼ਹਿਰ ਦਾ, ਬਿਖ ਠਾਕ ਰਹਾਇਆ, ਉਹ ਹੁਣ ਬਿਖ ਜਿਹੜੀ ਆ ਜ਼ਹਿਰ ਰੂਪੀ ਮਾਇਆ ਦੀ ਜਿਹੜੀ ਬਾਹ ਸੀ, ਉਹਦੇ ਤੋਂ ਮੈਂ ਬਚਣਾ ਸਿੱਖ ਲਿਆ। ਮੈਨੂੰ ਵੱਲ ਆ ਗਿਆ ਤੇ ਮੈਂ ਉਹਦੇ ਤੋਂ ਆਪਣੇ ਵੱਲੋਂ ਰੋਕ ਬਣਾ ਲਈ। ਸਤਿਗੁਰੂ ਜੀ ਤੀਸਰੇ ਪਦੇ ਵਿੱਚ ਆਖਦੇ ਨੇ, ਉਲਟ ਭਈ ਜੀਵਤ ਮਰਮ ਜਾਗਿਆ। ਉਲਟ ਭਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ, ਭਾਏ ਬਸੇ ਜਮ ਕਾ ਪਉ ਭਾਗਿਆ। ਹੁਣ ਇਸ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਲਟ ਭਈ ਜੀਵਤ ਮਰ ਜਾਗਿਆ। ਹੁਣ ਕੀ ਹੋਇਆ ਹੈ ਕਿ ਜਿਹੜੀ ਮੇਰੀ ਸੁਰਤ ਮਾਇਆ ਦੇ ਮੋਹ ਵਿੱਚ ਫਸੀ ਸੀ, ਉਹ ਹੁਣ ਪਰਤ ਪਈ ਹੈ। ਹੁਣ ਮਾਇਆ ਦੇ ਵਿੱਚ ਨਹੀਂ ਜੁੜੀ, ਮਾਇਆ ਵੱਲੋਂ ਜਿਹੜਾ ਮੋਹ ਇਹਦਾ ਟੁੱਟ ਚੁੱਕਾ ਹੈ। ਹੁਣ ਦੁਨੀਆ ਦੀ ਕਿਰਤਕਾਰ ਕਰਦਿਆਂ ਮੇਰਾ ਜਿਹੜਾ ਮਨ ਹੈ ਉਹ ਉਸ ਮਾਇਆ ਵੱਲੋਂ ਮਰ ਗਿਆ ਏ, ਤੇ ਮੈਨੂੰ ਜਿਹੜੀ ਜਾਗ ਮੇਰੀ ਖੁੱਲੀ ਹੈ ਉਹ ਆਤਮਿਕ ਗੁਣਾਂ ਵੱਲ, ਪ੍ਰਮਾਤਮਾ ਦੇ ਨਾਮ ਰੂਪੀ ਆਤਮਿਕ ਗੁਣਾਂ ਵੱਲ ਮੇਰੀ ਜਾਗ ਖੁੱਲ ਗਈ ਹੈ। ਉਲਟ ਪਈ, ਹੁਣ ਉਲਟ ਹੋ ਗਿਆ ਕੰਮ। ਜਿੰਦਿਆਂ ਜੀ ਮੈਂ ਜਿਹੜਾ ਮਰ ਗਿਆ, ਭਾਵ ਮੇਰਾ ਮਨ ਮਾਇਆ ਦੇ ਵਿੱਚ ਭਤੀਜਿਆ ਸੀ, ਮਾਇਆ ਵੱਲੋਂ ਹੁਣ ਮੇਰਾ ਮਨ ਜਿਹੜਾ ਉਹ ਮਰ ਗਿਆ। ਇਹ ਉਲਟੀ ਰੀਤ ਚੱਲ ਪਈ ਕਿ ਮਾਇਆ ਵੱਲੋਂ ਮੇਰਾ ਮਨ ਮਰ ਗਿਆ, ਉਧਰੋਂ ਉਲਟ ਹੋ ਗਿਆ ਤੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਉਹਦੇ ਗੁਣਾਂ ਦੇ ਨਾਲ ਸਾਂਝ ਬਣਾ ਕੇ ਮੇਰਾ ਜਿਹੜਾ ਜੀਵਨ ਅੱਗੇ ਚੱਲ ਪਿਆ। ਸ਼ਬਦ ਰਵੇ ਮਨ ਹਰ ਸਿਉ ਲੱਗ ਗਿਆ। ਕਿਸ ਤਰ੍ਹਾਂ ਗੁਰੂ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਸਾਂ, ਮੇਰਾ ਮਨ ਪ੍ਰਮਾਤਮਾ ਦੀ ਪ੍ਰੀਤ ਵਿੱਚ ਜੁੜ ਚੁੱਕਾ, ਉਹਦੇ ਨਾਲ ਜੁੜ ਗਿਆ, ਲੱਗ ਗਿਆ। ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ। ਹੁਣ ਮੈਂ ਰਸ ਇਕੱਠਾ ਕਰ ਰਿਹਾ, ਪ੍ਰਮਾਤਮਾ ਦੇ ਨਾਮ ਦਾ ਰਸ, ਤੇ ਜਿਹੜੀ ਬਿਖ ਸੀ ਮਾਇਆ ਰੂਪੀ ਜ਼ਹਿਰ, ਉਹਦੇ ਤੋਂ ਮੈਂ ਹੁਣ ਤਿਆਗ ਕਰ ਦਿੱਤਾ ਹੈ। ਪਰ ਹਰ ਤਿਆਗਿਆ, ਮੈਂ ਉਹਦੇ ਤੋਂ ਹੁਣ ਦੂਰ ਹੋ ਰਿਹਾ, ਉਹਨੂੰ ਦੂਰ ਕਰ ਦਿੱਤਾ ਮੈਂ। ਉਹਨੂੰ ਦੂਰ ਕਰਕੇ ਮੇਰੇ ਅੰਦਰ ਜਿਹੜਾ ਵਾ ਕੇਵਲ ਪ੍ਰਮਾਤਮਾ ਦਾ ਹੁਣ ਨਾਮ ਹੀ ਰਹਿ ਗਿਆ ਹੈ। ਭਾਏ ਬਸੇ ਜਮ ਕਾ ਭਉ ਭਾਗਿਆ। ਅੰਦਰ ਭਾਏ ਪ੍ਰੇਮ, ਭਾਉ, ਦੋ ਸ਼ਬਦ ਆਉਂਦੇ ਨੇ, ਇੱਕ ਡਰ ਤੇ ਇੱਕ ਪ੍ਰੇਮ। ਹੁਣ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਪ੍ਰੇਮ ਵਸ ਗਿਆ ਨਾ ਪ੍ਰਮਾਤਮਾ ਦੇ ਨਾਮ ਦੇ ਨਾਲ, ਜਦੋਂ ਉਹਦੇ ਨਾਲ ਪ੍ਰੀਤੀ ਬਣ ਗਈ ਤੇ ਅੰਦਰ ਪ੍ਰੇਮ ਵਸ ਗਿਆ, ਫਿਰ ਜਮਾਂ ਦਾ ਜਿਹੜਾ ਭਉ ਸੀ, ਡਰ ਸੀ, ਉਹ ਅੰਦਰੋਂ ਨੱਸ ਗਿਆ। ਹੁਣ ਚੌਥੇ ਪਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਾਧ ਰਹੇ ਬਾਦਨ ਹੰਕਾਰਾ, ਚਿਤ ਹਰ ਸਿਉ ਰਾਤਾ, ਹੁਕਮ ਅਪਾਰਾ, ਜਾਤ ਰਹੇ ਪਤ ਕੀ ਆਚਾਰਾ, ਦ੍ਰਿਸ਼ਟ ਭਈ ਸੁਖ ਆਤਮ ਧਾਰਾ। ਹੁਣ ਸਤਿਗੁਰੂ ਜੀ ਇਸ ਪਦੇ ਵਿੱਚ ਬਖਸ਼ਿਸ਼ ਕਰ ਰਹੇ ਨੇ, ਸਾਧ ਰਹੇ, ਭਾਵ ਸਾਧ ਸਵਾਦ ਚਸਕੇ, ਕਹਿੰਦੇ ਨਾ ਇਹ ਬੜੇ ਚਸਕਿਆਂ ਦੇ ਵਿੱਚ ਫਸਿਆ ਹੋਇਆ। ਗੁਰੂ ਸਾਹਿਬ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਮੇਰੇ ਅੰਦਰ ਚਸਕੇ ਸਨ, ਉਹ ਸਿਮਰਨ ਦੀ ਬਰਕਤ ਸਦਕਾ ਹੁਣ ਜਿਹੜੇ ਨੇ ਉਹ ਦੂਰ ਹੋ ਗਏ ਨੇ। ਜਿਹੜਾ ਮਨ ਨਿਤ ਮਾਇਆ ਵਿੱਚ ਰਿੱਝਦਾ ਸੀ, ਉਹ ਹੁਣ ਝਗੜਾ ਖਤਮ ਹੋ ਗਿਆ।
ਸਾਧ ਰਹੇ ਬਾਦਨ ਹੰਕਾਰਾ। ਜਿਹੜਾ ਝਗੜਾ ਬਾਦਨ ਵਧੀਆਂ ਝਗੜਾ ਕਲੇਸ਼ ਉਹ ਹੁਣ ਮਿਟ ਗਿਆ, ਖਤਮ ਹੋ ਗਿਆ। ਚਿਤ ਹਰਿ ਸਿਉ ਰਾਤਾ ਹੁਕਮ ਅਪਾਰਾ। ਕਿਉਂ ਸਵਾਦ ਜਿਹੜੇ ਚਸਕੇ ਜਿਹੜੇ ਨੇ ਉਹ ਖਤਮ ਹੋਏ, ਕਿਉਂਕਿ ਮੈਂ ਆਪਣੇ ਚਿੱਤ ਦੇ ਅੰਦਰ ਪ੍ਰਮਾਤਮਾ ਨੂੰ ਵਸਾ ਲਿਆ। ਮੇਰਾ ਹੁਣ ਜਿਹੜਾ ਚਿੱਤ ਹੈ, ਮੇਰਾ ਜਿਹੜਾ ਮਨ ਹੈ, ਉਹ ਪ੍ਰਮਾਤਮਾ ਦੇ ਨਾਮ ਵਿੱਚ ਰਤਿਆ ਗਿਆ, ਰੰਗਿਆ ਗਿਆ। ਤੇ ਹੁਣ ਇਹ ਰਤਿਆ ਹੋਇਆ ਹੁਕਮ ਅਪਾਰਾ, ਉਹਦੇ ਹੁਕਮ ਵਿੱਚ ਹੁਕਮੀ ਹੋਣ ਆਕਾਰ, ਹੁਕਮ ਨਾ ਕਹਿਆ ਜਾਈ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਬਾਦਨ ਅਹੰਕਾਰਾ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਹੁਣ ਜਿਹੜੀ ਹਉਮੈ ਸੀ, ਹੰਕਾਰ ਸੀ, ਉਹ ਮਿਟ ਗਿਆ। ਕਿਸ ਤਰ੍ਹਾਂ? ਕਿਉਂਕਿ ਚਿੱਤ ਹਰਿ ਸਿਉ ਰਾਤਾ। ਹੁਣ ਚਿੱਤ ਜਿਹੜਾ ਵਾ ਪ੍ਰਮਾਤਮਾ ਦੇ ਨਾਲ ਰੰਗਿਆ ਗਿਆ, ਪ੍ਰਮਾਤਮਾ ਦੇ ਨਾਮ ਰਿਕ ਵਿੱਚ। ਤੇ ਹੁਣ ਉਹਦੇ ਹੁਕਮ ਨੂੰ ਵੀ ਇਹ ਸਮਝ ਗਿਆ। ਹੁਕਮ ਅਪਾਰਾ, ਉਹ ਬੇਅੰਤ ਪ੍ਰਭੂ ਦੀ ਰਜ਼ਾ ਵਿੱਚ ਟਿਕ ਗਿਆ। ਸਤਿਗੁਰੂ ਜੀ ਹੁਣ ਅੱਗੇ ਬਖਸ਼ਿਸ਼ ਕਰਦੇ ਨੇ। ਜਾਤ ਰਹੇ ਪਤ ਕੇ ਆਚਾਰਾ। ਪਤ ਕਹਿੰਦੇ ਨੇ ਇੱਜ਼ਤ, ਲੋਕ ਲਾਜ, ਤੇ ਆਚਾਰਾ ਜ਼ਿੰਦਗੀ ਦਾ ਆਚਾਰ, ਰਸਮਾਂ, ਰੀਤਾਂ, ਰਿਵਾਜ, ਜਿਹਨੂੰ ਕਰਮ ਕਾਂਡ ਵੀ ਕਹਿ ਲਈਏ, ਧਾਰਮਿਕ ਰਸਮਾਂ ਵੀ ਕਹਿ ਲਈਏ। ਹੁਣ ਗੁਰੂ ਸਾਹਿਬ ਇਹ ਬਖਸ਼ਿਸ਼ ਕਰ ਰਹੇ ਨੇ ਕਿ ਜਾਤ ਵਰਨ ਅਤੇ ਲੋਕ ਲਾਜ ਦੀ ਖਾਤਰ ਕੀਤੇ ਜਾਣ ਵਾਲੇ ਧਰਮ ਕਰਮ ਜਿਹੜੇ ਨੇ, ਹੁਣ ਮੈਂ ਜਦੋਂ ਦਾ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ, ਇਹ ਬਸ ਹੋ ਗਏ ਨੇ, ਖਤਮ ਹੋ ਗਏ ਨੇ। ਦ੍ਰਿਸ਼ਟ ਭਈ ਸੁਖਾਤਮ ਧਾਰਾ, ਮੇਰੇ ਉੱਤੇ ਪ੍ਰਭੂ ਦੀ ਮਿਹਰ ਹੋ ਗਈ ਹੈ। ਜਦੋਂ ਦੀ ਉਹਨੇ ਮਿਹਰ ਕਰਕੇ ਆਪਣੀ ਨਿਗਾਹ ਸਵੱਲੀ ਮੇਰੇ ਵੱਲ ਤੱਕਿਆ, ਤੇ ਮੈਨੂੰ ਸਾਰੇ ਦਾ ਸਾਰਾ ਜਿਹੜਾ ਆਤਮਿਕ ਸੁੱਖ ਹੈ ਉਹ ਪ੍ਰਾਪਤ ਹੋ ਗਿਆ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ। ਤੁਝ ਬਿਨ ਕੋਈ ਨਾ ਦੇਖੋ ਮੀਤ, ਕਿਸ ਸੇਵਾ ਕਿਸ ਦੇਵੋ ਚੀਤ। ਕਿਸ ਪੁਛੋ ਕਿਸ ਲਾਗੋ ਪਾਏ, ਕਿਸ ਉਪਦੇਸ਼ ਰਹਾ ਲਿਵ ਲਾਏ। ਹੁਣ ਇਹ ਪੰਜਵਾਂ ਪਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ, ਇਹ ਪ੍ਰਮਾਤਮਾ ਜੀ, ਹੁਣ ਮੈਨੂੰ ਤੇਥੋਂ ਬਿਨਾਂ ਹੋਰ ਕੋਈ ਪੱਕਾ ਮਿੱਤਰ ਨਹੀਂ ਦਿਸਦਾ। ਤੁਝ ਬਿਨ ਕੋਈ ਨਾ ਦੇਖੋ ਮੀਤ, ਤੇਰੇ ਤੋਂ ਬਗੈਰ ਮੈਨੂੰ ਹੋਰ ਕੋਈ ਮਿੱਤਰ ਦਿਸਦਾ ਹੀ ਨਹੀਂ। ਅਸਲ ਵਿੱਚ ਤੂੰ ਹੀ ਮੇਰਾ ਸਹਾਇਕ ਸੱਜਣ ਮਿੱਤਰ ਹੈ। ਕਿਸ ਸੇਵਾ ਕਿਸ ਦੇਵੋ ਚੀਤ, ਮੈਂ ਕਿਸ ਦੀ ਸੇਵਾ ਕਰਾਂ, ਮੈਂ ਕਿਹਨੂੰ ਸਿਮਰਾਂ, ਕਿਉਂਕਿ ਹੁਣ ਮੈਂ ਕਿਸੇ ਨੂੰ ਨਹੀਂ ਸਿਮਰਨਾ, ਮੈਂ ਹੋਰ ਕਿਸੇ ਨੂੰ ਆਪਣਾ ਮਨ ਨਹੀਂ ਦੇਣਾ। ਦੇਵੋ ਚੀਤ, ਆਪਣਾ ਚਿੱਤ ਜਿਹੜਾ ਮੈਂ ਹੋਰ ਕਿਸੇ ਦੇ ਅੱਗੇ ਭੇਟਾ ਨਹੀਂ ਕਰਨਾ। ਕਿਉਂ? ਇਹ ਚਾਰ ਉਦਾਹਰਨਾਂ ਦਿੱਤੀਆਂ ਨੇ। ਇੱਕ ਕਿਸ ਸੇਵੋਂ, ਕਿਸ ਦਾ ਗੁਰੂ ਸਾਹਿਬ ਕਹਿ ਰਹੇ ਨੇ ਮੈਂ ਹੋਰ ਕਿਸੇ ਦਾ ਸਿਮਰਨ ਨਹੀਂ ਕਰਦਾ। ਕਿਸ ਦੇਵੋਂ ਚੀਤ, ਮੈਂ ਕਿਸੇ ਹੋਰ ਨੂੰ ਆਪਣਾ ਮਨ ਨਹੀਂ ਭੇਟ ਕਰਦਾ। ਕਿਸ ਪੁੱਛੋਂ ਕਿਸ ਲਾਗੋਂ ਪਾਏ, ਮੈਂ ਕਿਸੇ ਹੋਰ ਤੋਂ ਸਲਾਹ ਨਹੀਂ ਪੁੱਛਦਾ। ਕਿਸ ਲਾਗੋਂ ਪਾਈ ਦਾ ਭਾਵ ਮੈਂ ਕਿਸੇ ਹੋਰ ਦੀ ਪੈਰੀ ਨਹੀਂ ਲੱਗਦਾ ਫਿਰਦਾ। ਕਿਸ ਉਪਦੇਸ਼ ਰਹਾਂ ਲਈ ਬੁਲਾਏ, ਮੈਂ ਕਿਸੇ ਹੋਰ ਦੇ ਉਪਦੇਸ਼ ਵਿੱਚ ਸੁਰਤ ਨਹੀਂ ਜੋੜਦਾ ਫਿਰਦਾ। ਕਿਉਂਕਿ ਮੇਰੀ ਲਿਵ ਹੁਣ ਤੇਰੇ ਵਿੱਚ ਜੁੜੀ ਹੈ। ਮੈਂ ਸਿਰਫ ਤੇਰੇ ਸਿਮਰਨ ਵਿੱਚ ਜੁੜਿਆ ਹਾਂ, ਤੇ ਤੇਰੇ ਸਿਮਰਨ ਤੋਂ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਸਿਮਰਦਾ। ਕਿਉਂਕਿ ਤੁਝ ਬਿਨ ਕੋਈ ਨਾ ਦੇਖੋ ਮੀਤ, ਤੇਰੇ ਵਰਗਾ ਮੈਂ ਹੋਰ ਕੋਈ ਪੱਕਾ ਮਿੱਤਰ ਨਹੀਂ ਵੇਖਿਆ। ਹੁਣ ਅੱਗੇ ਛੇਵਾਂ ਜਿਹੜਾ ਪਦਾ ਹੈ, ਗੁਰੂ ਸਾਹਿਬ ਉਸ ਵਿੱਚ ਬਖਸ਼ਿਸ਼ ਕਰਦੇ ਨੇ। ਗੁਰ ਸੇਵੀ ਗੁਰ ਲਾਗੋਂ ਪਾਏ, ਭਗਤ ਕਰੀ ਰਾਚੋਂ ਹਰਿ ਨਾਏ।
ਸਿੱਖਿਆ, ਦੀਖਿਆ, ਭੋਜਨ ਭਾਵ। ਹੁਣ ਧਿਆਨ ਨਾਲ ਇਸ ਸ਼ਬਦ ਨੂੰ ਪੜ੍ਹਨਾ। ਸਿੱਖਿਆ ਦੋਵੇਂ ਸਿਹਾਰੀਆਂ ਨੂੰ, ਸੱਸੇ ਨੂੰ ਤੇ ਕੱਖੇ ਨੂੰ। ਅੱਗੇ ਦੀਖਿਆ ਦੱਦੇ ਨੂੰ ਬਿਹਾਰੀ ਹੈ। ਸਿੱਖਿਆ ਤੇ ਦੀਖਿਆ, ਇਹਨੂੰ ਸਿੱਖਿਆ ਦੀਖਿਆ ਨਹੀਂ ਪੜ੍ਹਨਾ ਜਾਂ ਸਿੱਖਿਆ ਦੀਖਿਆ ਨਹੀਂ ਪੜ੍ਹਨਾ। ਧਿਆਨ ਨਾਲ ਇਸ ਨੂੰ ਉਚਾਰਨ ਕਰਨਾ ਹੈ। ਸਿੱਖਿਆ, ਦੀਖਿਆ, ਭੋਜਨ ਭਾਵ, ਹੁਕਮ ਸੰਜੋਗੀ ਨਿਜ ਕਰ ਜਾਓ। ਹੁਣ ਇਸ ਪਦ ਦੇ ਅੰਦਰ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ। ਇਹ 6ਵਾਂ ਪਦਾ ਹੈ। ਗੁਰ ਸੇਵੀ ਗੁਰ ਲਾਗੋਂ ਪਾਏ। ਇਹ ਸ਼ਬਦ ਸੇਵੀ ਲਿਖਿਆ ਹੈ, ਪਰ ਇਹਦਾ ਜਿਹੜਾ ਉਚਾਰਨ ਅਰਥ ਉਚਾਰਨ ਹੈ ਉਹ ਸੇਵੀ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਹੇ ਵਾਹਿਗੁਰੂ, ਗੁਰੂ ਦੇ ਸ਼ਬਦ ਨੇ ਹੀ ਮੈਨੂੰ ਤੇਰੇ ਗਿਆਨ ਦਾ ਸੁਰਮਾ ਦਿੱਤਾ ਹੈ। ਇਸ ਵਾਸਤੇ ਮੈਂ ਗੁਰੂ ਦੀ ਸੇਵਾ ਕਰਦਾ ਹਾਂ, ਗੁਰੂ ਦੀ ਚਰਨੀ ਲੱਗਦਾ ਹਾਂ, ਕਿਉਂਕਿ ਗੁਰੂ ਨੇ ਇਹ ਰਹਿਮਤ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ। ਭਗਤ ਕਰੀ ਰਾਖਿਓ ਹਰਿ ਨਾਏ। ਗੁਰੂ ਦੀ ਸਹਾਇਤਾ ਨਾਲ ਹੀ ਮੈਂ ਜਿਹੜਾ ਵਾ ਇਹ ਪ੍ਰਮਾਤਮਾ ਤੇਰੀ ਭਗਤੀ ਕਰਦਾ ਹਾਂ, ਤੇਰੇ ਨਾਮ ਵਿੱਚ ਟਿਕਦਾ ਹਾਂ। ਸਿੱਖਿਆ, ਦੀਖਿਆ, ਭੋਜਨ ਭਾਵ। ਗੁਰੂ ਦੀ ਸਿੱਖਿਆ ਤੇ ਗੁਰੂ ਦੀ ਦੀਖਿਆ, ਜਦੋਂ ਕਿਸੇ ਧਰਮ ਵਿੱਚ ਵੀ ਪ੍ਰਵੇਸ਼ ਕਰਨਾ ਹੋਵੇ ਤਾਂ ਉਹਦੀ ਦੀਖਿਆ ਲੈਣੀ ਪੈਂਦੀ ਹੈ, ਭਾਵ ਉਪਦੇਸ਼ ਲੈਣਾ ਪੈਂਦਾ ਹੈ। ਕਿਸੇ ਦੇ ਧਰਮ ਵਿੱਚ ਜਾਣ ਲੱਗਿਆ ਉਸ ਧਰਮ ਦਾ ਜਿਹੜਾ ਉਪਦੇਸ਼ ਹੈ, ਜਿਸ ਤਰ੍ਹਾਂ ਸਾਨੂੰ ਗੁਰਬਾਣੀ ਦਾ ਖਜ਼ਾਨਾ ਮਿਲਦਾ ਹੈ, ਇਸੇ ਤਰ੍ਹਾਂ ਹੀ ਜਾਂ ਅੰਮ੍ਰਿਤ ਦੀ ਪਹੁਲ ਲੈ ਕੇ ਅਸੀਂ ਗੁਰਬਾਣੀ ਦਾ ਖਜ਼ਾਨਾ ਹਾਸਲ ਕਰਦੇ ਹਾਂ ਤੇ ਸਿੱਖ ਧਰਮ ਵਿੱਚ ਅਸੀਂ ਪ੍ਰਵੇਸ਼ ਕਰ ਜਾਂਦੇ ਹਾਂ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦੀ ਸਿੱਖਿਆ ਤੇ ਗੁਰੂ ਦੀ ਦੀਖਿਆ, ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮਾ ਦਾ ਭੋਜਨ ਬਣਾਇਆ। ਹੋਰ ਮੇਰੇ ਵਾਸਤੇ ਕੁਝ ਨਹੀਂ, ਕੇਵਲ ਗੁਰੂ ਦੀ ਸਿੱਖਿਆ ਤੇ ਗੁਰੂ ਵੱਲੋਂ ਦਿੱਤੀ ਹੋਈ ਦਾਨ ਵਿੱਚ ਦੀਖਿਆ ਜਿਹੜੀ ਹੈ, ਉਹਦੇ ਰਾਹੀਂ ਹੀ ਮੈਂ ਤੇਰੇ ਨਾਲ ਜਿਹੜਾ ਪ੍ਰੇਮ ਬਣਾ ਕੇ ਤੇਰੇ ਨਾਮ ਨੂੰ ਹੀ ਆਪਣਾ ਹੁਣ ਭੋਜਨ ਬਣਾ ਲਿਆ। ਹੁਕਮ ਸੰਜੋਗੀ ਨਿਜ ਘਰ ਜਾਓ। ਹੁਣ ਰਹਿਮਤ ਹੋਈ ਹੈ, ਤੇਰੀ ਕਿਰਪਾ ਹੋਈ ਹੈ, ਹੇ ਪ੍ਰਮਾਤਮਾ, ਹੁਕਮ ਸੰਜੋਗੀ, ਤੇਰੇ ਹੁਕਮ ਵਿੱਚ, ਤੇਰੀ ਰਜ਼ਾ ਵਿੱਚ ਜਿਹੜੇ ਪਿਛਲੇ ਕਰਮ ਕਰਕੇ ਆਇਆ ਸਨ, ਉਹਨਾਂ ਦਾ ਜਿਹੜਾ ਕਰਮਾਂ ਦਾ ਫਲ ਜਿਹੜਾ ਵਾ ਅੰਕੁਰ ਜਿਹੜਾ ਇਹ ਫੁੱਟਿਆ ਹੈ ਤੇ ਹੁਣ ਉਹ ਕਰਮਾਂ ਸਦਕਾ ਮੈਨੂੰ ਗੁਰੂ ਮਿਲਿਆ ਸੀ ਤੇ ਗੁਰੂ ਦੀ ਰਹਿਮਤ ਸਦਕਾ ਜਿਹੜਾ ਵਾ ਮੈਂ ਅਸਲ ਘਰ ਭਾਵ ਪ੍ਰਭੂ ਦੇ ਚਰਨਾਂ ਵਿੱਚ ਟਿਕ ਬੈਠਾ ਹਾਂ। ਨਿੱਜ ਘਰ ਜਾਓ, ਮੈਂ ਆਪਣੇ ਅਸਲੀ ਘਰ ਵਿੱਚ ਆ ਕੇ ਬੈਠ ਗਿਆ ਹਾਂ। ਹੁਣ ਅਗਲਾ ਪਦਾ ਜਿਹੜਾ ਹੈ 7ਵਾਂ ਪਦਾ, ਗਰਭਗਤੰ ਸੁਖ ਆਤਮ ਧਿਆਨਾ, ਜੋਤ ਭਈ ਜੋਤੀ ਮਾਹਿ ਸਮਾਨਾ, ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ, ਕਰਤਾ ਕਰਣਾ ਕਰਤਾ ਜਾਨਾ। ਹੁਣ ਇਸ ਪਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਗਰਭਗਤੰ, ਜਿਹੜਾ ਗਰਭ ਅਹੰਕਾਰ ਹੈ ਨਾ, ਗਤਮ ਗਤਿਆ ਗਿਆ ਭਾਵ ਦੂਰ ਹੋ ਗਿਆ। ਸੁਖ ਆਤਮ ਧਿਆਨਾ, ਹੁਣ ਜਿਹੜੀ ਮੇਰੀ ਸੁਰਤ ਸੀ ਉਹ ਧਿਆਨ ਸੁਰਤ ਜਿਹੜੀ ਇੱਕ ਮਾਤਰ ਟਿਕ ਗਈ, ਜੁੜ ਗਈ, ਉਹਦੇ ਨਾਲ ਕੀ ਪ੍ਰਾਪਤ ਹੋਇਆ? ਸੁਖ। ਜਦੋਂ ਮੇਰੀ ਸੁਰਤੀ ਤੇਰੇ ਨਾਮ ਵਿੱਚ ਟਿਕ ਗਈ, ਅੰਦਰੋਂ ਗਰਭ ਗਤਨ ਗਿਆ ਭਾਵ ਅਹੰਕਾਰ ਦੂਰ ਹੋ ਗਿਆ ਤੇ ਉਸ ਸਿਮਰਨ ਦੀ ਬਰਕਤ ਦੇ ਨਾਲ ਮੇਰੀ ਸੁਰਤ ਟਿਕੀ ਤੇ ਉਸ ਸੁਰਤ ਟਿਕਣ ਦੇ ਨਾਲ ਮੈਨੂੰ ਆਤਮਿਕ ਸੁਖ ਮਿਲਿਆ, ਆਨੰਦ ਪ੍ਰਾਪਤ ਹੋ ਗਿਆ। ਜੋਤ ਭਈ ਜੋਤੀ ਮਾਹਿ ਸਮਾਨਾ, ਮੇਰੇ ਅੰਦਰ ਜਿਹੜੀ ਜੋਤ ਭਈ, ਜਦੋਂ ਜੋਤ ਚਾਨਣ ਪ੍ਰਕਾਸ਼ ਹੋਇਆ ਮੇਰੇ ਅੰਦਰ, ਤੇ ਮੈਂ ਪਰਮ ਜੋਤੀ ਭਾਵ ਪ੍ਰਮਾਤਮਾ ਵਿੱਚ, ਪ੍ਰਭੂ ਵਿੱਚ ਮਾਹਿ ਸਮਾਨਾ, ਉਹਦੇ ਵਿੱਚ ਸਮਾ ਗਿਆ, ਲੀਨ ਹੋ ਗਿਆ। ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ, ਜਿਹੜਾ ਲਿਖਤ ਭਾਵ ਲਿਖਿਆ ਹੋਇਆ, ਉਕਰਿਆ ਹੋਇਆ, ਕਿੱਥੇ ਉਕਰਿਆ ਜੀ? ਸਾਡੇ ਹਿਰਦੇ ਵਿੱਚ ਉਕਰਿਆ ਹੋਇਆ ਲੇਖ ਜਿਹੜਾ ਕਈ ਵਾਰ ਅਸੀਂ ਕਹਿ ਦਿੰਦੇ ਸਾਡੇ ਮੱਥੇ ਉੱਤੇ ਉਕਰਿਆ ਹੋਇਆ ਲੇਖ ਹੈ। ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜਾ ਉਕਰਿਆ ਹੋਇਆ ਲੇਖ ਹੈ ਨਾ, ਉਹ ਮਿਟ ਗਿਆ। ਕਿਹਦੇ ਨਾਲ? ਗੁਰ ਸ਼ਬਦ ਦੇ ਨਾਲ।
ਉਹ ਜਿਹੜੇ ਮਾੜੇ ਕਰਮ ਕੀਤੇ ਸਨ ਉਹ ਮਿਟ ਗਏ, ਜਿਹੜੇ ਚੰਗੇ ਕਰਮ ਕੀਤੇ ਸਨ ਉਹਨਾਂ ਦੀ ਬਰਕਤ ਸਦਕਾ ਉਹ ਮੇਰੇ ਹਿਰਦੇ ਘਰ ਵਿੱਚ ਲੇਖ ਜਿਹੜਾ ਸੀ ਉਹ ਉੱਕਰ ਗਿਆ ਤੇ ਉਹਦੇ ਲੇਖਾਂ ਦੇ ਹਿਸਾਬ ਨਾਲ ਜਿਹੜਾ ਸੀ ਮੈਨੂੰ ਪ੍ਰਮਾਤਮਾ ਮੇਰੇ ਹਿਰਦੇ ਘਰ ਵਿੱਚ ਪ੍ਰਗਟ ਹੋ ਗਿਆ। ਹੁਣ ਉਹ ਪ੍ਰਗਟ ਹੋਇਆ ਪ੍ਰਮਾਤਮਾ ਜਿਹੜਾ ਹੈ ਉਹ ਕਦੇ ਮਿਟ ਨਹੀਂ ਸਕਦਾ। ਕਰਤਾ ਕਰਨਾ ਕਰਤਾ ਜਾਣਾ, ਤੇ ਹੁਣ ਮੈਂ ਇਸ ਧਰਤੀ ਵਿੱਚ ਰਹਿੰਦਿਆਂ ਹੋਇਆਂ ਇਹ ਦੇਖਦਾ ਹੈ ਜਿਹੜਾ ਕਰਤਾ ਹੈ ਉਹ ਪ੍ਰਮਾਤਮਾ ਆਪ ਹੀ ਹੈ, ਸਾਰਿਆਂ ਨੂੰ ਰਚ ਰਿਹਾ ਹੈ ਤੇ ਸਾਰਿਆਂ ਨੂੰ ਪਾਲਣ ਵਾਲਾ, ਰਚਣ ਵਾਲਾ, ਸਭ ਨੂੰ ਰਿਜ਼ਕ ਦੇਣ ਵਾਲਾ ਉਹ ਆਪ ਹੀ ਪ੍ਰਮਾਤਮਾ। ਇਹ ਹੁਣ ਮੈਂ ਜਾਣ ਲਿਆ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਨਹਿ ਪੰਡਿਤ ਨਹਿ ਚਤੁਰ ਸਿਆਨਾ, ਨਹਿ ਭੂਲੋ ਨਹਿ ਭਰਮ ਭੁਲਾਨਾ, ਕਥੋ ਨਾ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤਿ ਸਹਿਜ ਸਮਾਨਾ। ਇਸ ਅਖੀਰਲੇ ਪਦੇ ਵਿੱਚ, ਕਿਉਂਕਿ ਅਸ਼ਟਪਦੀ 8 ਪਦਿਆਂ ਵਾਲੀ, ਇਸ ਅਖੀਰਲੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਸਤਿਗੁਰੂ ਜੀ ਪ੍ਰਮਾਤਮਾ ਜੀ, ਉਹ ਨਾ ਤੇ ਮੈਂ ਕੋਈ ਪੰਡਤ ਹਾਂ ਤੇ ਨਾ ਹੀ ਮੈਂ ਕੋਈ ਚਤਰ। ਇੰਨਾ ਵੀ ਨਹੀਂ ਕਿ ਮੈਂ ਸਿਆਣਾ ਹਾਂ, ਮੈਂ ਸਿਆਣਾ ਵੀ ਨਹੀਂ। ਭਾਵ ਮੈਂ ਕਿਸੇ ਵਿਦਵਤਾ ਚਤੁਰਾਈ ਸਿਆਣਪ ਦਾ ਆਸਰਾ ਨਹੀਂ ਲਿਆ। ਨਹਿ ਭੂਲੋ ਨਹਿ ਭਰਮ ਭੁਲਾਨਾ, ਤਾਂ ਹੀ ਤੇ ਮੈਂ ਭੁੱਲਿਆ ਨਹੀਂ। ਨਹਿ ਭੂਲੋ ਨਹਿ ਭਰਮ ਭੁਲਾਨਾ, ਇਸੇ ਕਰਕੇ ਕਿਉਂਕਿ ਮੈਂ ਸਿਆਣਪ ਨੂੰ, ਜਿਹੜੀ ਚਤੁਰਾਈਆਂ ਸਨ ਉਹਨਾਂ ਦਾ ਆਸਰਾ ਨਹੀਂ ਲਿਆ, ਵਿਦਵਤਾ ਦਾ ਆਸਰਾ ਨਹੀਂ ਲਿਆ। ਮੈਂ ਤੇ ਤੇਰੀ ਰਹਿਮਤ ਲਈ ਹੈ। ਇਸ ਕਰਕੇ ਮੈਂ ਹੁਣ ਰਸਤੇ ਤੋਂ ਖੁੰਝਿਆ ਨਹੀਂ। ਹੁਣ ਮੈਂ ਭਟਕਣਾ ਵਿੱਚ ਪੈ ਕੇ ਕੁਰਾਹੇ ਨਹੀਂ ਪਿਆ। ਕਥੋ ਨਾ ਕਥਨੀ ਹੁਕਮ ਪਛਾਨਾ, ਮੈਂ ਕੋਈ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ। ਕਥੋ ਨਾ ਕਥਨੀ, ਮੈਂ ਕੱਥਦਾ ਨਹੀਂ, ਭਾਵ ਮੈਂ ਚਤੁਰਾਈਆਂ ਦੇ ਨਾਲ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ। ਕੇਵਲ ਤੇਰਾ ਹੁਕਮ ਪਛਾਣਿਆ ਹੈ, ਜਿਸ ਦੇ ਸਦਕਾ ਨਾਨਕ ਗੁਰਮਤਿ ਸਹਿਜ ਸਮਾਨਾ। ਮੈਂ ਸਤਿਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ, ਜਿਸ ਦੇ ਸਦਕਾ ਮੈਨੂੰ ਸਮਝ ਆ ਗਈ ਕਿ ਪ੍ਰਭੂ ਦਾ ਹੁਕਮ ਹੀ ਸਭ ਕੁਝ ਹੈ, ਉਹਦੇ ਹੁਕਮ ਵਿੱਚ ਤੁਰਨਾ ਹੀ ਸਹੀ ਰਸਤਾ ਹੈ ਤੇ ਮੈਂ ਅਡੋਲ ਅਵਸਥਾ ਵਿੱਚ ਟਿਕ ਗਿਆ ਹਾਂ। ਸਹਿਜ ਸਮਾਨਾ ਭਾਵ ਮੈਂ ਸਹਿਜ ਵਿੱਚ ਸਮਾ ਗਿਆ ਹਾਂ। ਹੁਣ ਅਗਲਾ ਸ਼ਬਦ ਹੈ ਗੌੜੀ ਗੋਰੇਰੀ ਮਹੱਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕੁਸ ਸ਼ਬਦ ਗੁਰ ਅੰਕੁਸ ਸੱਚ ਸ਼ਬਦ ਨਿਸ਼ਾਨੈ, ਰਾਜ ਦੁਆਰੈ ਸੋਭ ਸੁਮਾਨੈ। ਇਸ ਪਹਿਲੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਕੁੰਚਰ ਦਾ ਭਾਵ ਅਰਥ ਹੈ ਹਾਥੀ, ਕਾਇਆ ਸਰੀਰ, ਉਦਿਆਨ ਉਦਿਆਨੇ ਦਾ ਭਾਵ ਜੰਗਲ, ਉਦਿਆਨ ਜੰਗਲ, ਉਦਿਆਨੇ ਜੰਗਲ ਵਿੱਚ। ਇਹ ਜਿਹੜਾ ਸਰੀਰ ਰੂਪੀ ਜੰਗਲ ਹੈ ਨਾ, ਇਹਦੇ ਵਿੱਚ ਮਨ ਜਿਹੜਾ ਹੈ ਹਾਥੀ ਦੇ ਸਮਾਨ ਹੈ। ਮਨ ਕੁੰਚਰ, ਮਨ ਕੀ ਹੈ? ਹਾਥੀ। ਕਾਇਆ ਉਦਿਆਨੇ, ਕਾਇਆ ਕੀ ਹੈ ਜੀ? ਇੱਕ ਜੰਗਲ ਹੈ। ਗੁਰ ਅੰਕੁਸ ਸੱਚ ਸ਼ਬਦ ਨਿਸ਼ਾਨਾ, ਗੁਰੂ ਕੀ ਹੈ ਜੀ? ਹਾਥੀ ਨੂੰ ਵਸ ਕਰਨ ਵਾਸਤੇ ਜਿੱਦਾਂ ਇੱਕ ਖੁੱਲਾ ਹੁੰਦਾ ਨਾ ਅੰਕੁਸ਼, ਗੁਰੂ ਉਹ ਰੂਪ ਹੈ। ਜਿਸ ਤਰ੍ਹਾਂ ਹਾਥੀ ਨੂੰ ਵਸ ਕਰਨਾ ਹੋਵੇ ਤਾਂ ਅੰਕੁਸ਼ ਦੀ ਜ਼ਰੂਰਤ ਹੈ। ਹਾਥੀ ਸਿਰਜਿਓ ਅੰਕੁਸ਼ ਹੈ, ਬਹਿਰਨ ਨੂੰ ਜੋ ਸਿਰਜੇ। ਸ਼ਬਦ ਪੜ੍ਹਦੇ ਹਨ, ਮਨ ਦਾ ਨਾਗਿਆ ਰੱਖ ਕੇ ਤੂੰ ਵੀ ਸੇਵ ਕਰੇ। ਇੱਥੇ ਇਹ ਸ਼ਬਦ ਆਇਆ ਕਿ ਜਿਸ ਮਨ ਰੂਪੀ ਹਾਥੀ ਦੇ ਸਿਰ ਉੱਤੇ ਗੁਰੂ ਰੂਪ ਕੁੰਡਾ ਹੋਵੇ ਤੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਨਿਸ਼ਾਨ, ਸੱਚ ਸ਼ਬਦ, ਸ਼ਬਦ ਕਿਹੜਾ? ਸੱਚ ਦਾ, ਸਦੀਵੀ ਹੋਂਦ ਵਾਲੇ ਪ੍ਰਮਾਤਮਾ ਦਾ ਸ਼ਬਦ ਜਿਹੜਾ, ਸੱਚਾ ਸ਼ਬਦ ਜਿਹੜਾ ਨਿਸ਼ਾਨ ਹੈ, ਭਾਵ ਉਹਦਾ ਨਿਸ਼ਾਨ ਜਿਹੜਾ ਵਾ, ਸ਼ਬਦ ਦਾ ਨਿਸ਼ਾਨ ਝੁੱਲ ਰਿਹਾ ਹੋਵੇ। ਰਾਜ ਦੁਆਰੇ ਸ਼ੁਭ ਸਮਾਨੈ। ਫਿਰ
ਜਿਸ ਤਰ੍ਹਾਂ ਰਾਜਦੁਆਰੇ ਵਿੱਚ ਜਿਹੜਾ ਹਾਥੀ ਆਪਣੇ ਮਾਲਕ ਦੀ ਵਫ਼ਾਦਾਰੀ ਕਰਦਾ ਹੈ, ਉਹਦੇ ਜਿਹੜਾ ਮਾਲਕ ਹੈ ਉਹਦੇ ਕੁੰਡੇ ਦੇ ਅਨੁਸਾਰ ਜਿਹੜਾ ਸਿਰ ਉੱਤੇ ਕੁੰਡਾ ਰੱਖਿਆ ਹੁੰਦਾ ਹੈ, ਖਾਸ ਰੂਪ ਦਾ ਇੱਕ ਲੋਹੇ ਦਾ ਬਣਾਇਆ ਹੋਇਆ ਜਿਹੜਾ ਵਾ ਉਹ ਡੰਡਾ ਹੁੰਦਾ ਹੈ, ਉਹਦੇ ਅਨੁਸਾਰ ਜਿਹੜਾ ਵਾ ਹਾਥੀ ਨੂੰ ਚਲਾਇਆ ਜਾਂਦਾ। ਭਾਵ ਜਿੱਧਰ ਨੂੰ ਉਹਦੇ ਇੱਕ ਕੰਨ ਵੱਲ ਮਾਰੀ ਉਹ ਸੱਜੇ ਨੂੰ ਮਾਰੀ ਸੱਜੇ ਤੁਰ ਪੈਂਦਾ, ਖੱਬੇ ਨੂੰ ਮਾਰੀ ਖੱਬੇ ਤੁਰ ਪੈਂਦਾ। ਉਸ ਕੁੰਡੇ ਦੇ ਨਾਲ ਹੀ ਹਾਥੀ ਤੁਰਦਾ ਹੈ। ਜਿਹੜਾ ਮਨੁੱਖ, ਉਦਾਹਰਨ ਇਹ ਦਿੱਤੀ ਹੈ, ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਰੂਪੀ ਕੁੰਡੇ ਦੇ ਰਾਹੀਂ ਆਪਣੇ ਮਨ ਨੂੰ ਜਿਹੜਾ ਵਸ ਵਿੱਚ ਕਰ ਲੈਂਦਾ, ਤੇ ਫਿਰ ਜਿਸ ਤਰ੍ਹਾਂ ਸੰਸਾਰੀ ਬਾਦਸ਼ਾਹ ਦੇ ਮਹਿਲ ਵਿੱਚ ਉਹ ਹਾਥੀ ਜਿਹੜਾ ਮਾਣ ਪ੍ਰਾਪਤ ਕਰਦਾ, ਇਸੇ ਤਰ੍ਹਾਂ ਹੀ ਫਿਰ ਉਹ ਮਨ ਜਿਹੜਾ ਵਾ ਪ੍ਰਮਾਤਮਾ ਦੇ ਦੁਆਰੇ ਉੱਤੇ ਸ਼ੋਭਾ ਪਾਉਂਦਾ ਹੈ, ਜਿਹੜਾ ਸ਼ਬਦ ਰੂਪੀ ਨਿਸ਼ਾਨ ਦੇ ਵਿੱਚ ਗੁਰੂ ਰੂਪੀ ਅੰਕੁਸ਼ ਦੇ ਰਾਹੀਂ ਜਿਹੜਾ ਵਾ ਆਪਣੇ ਮਨ ਨੂੰ ਮਨਾ ਲੈਂਦਾ ਹੈ। ਬਹੁਤ ਡੂੰਘੀ ਵਿਚਾਰ ਹੈ, ਬੜੀ ਲੰਮੀ ਵਿਚਾਰ ਹੈ ਇਸ ਸ਼ਬਦ ਦੀ, ਪਰ ਫਿਰ ਵੀ ਅਸੀਂ ਟੂਕ ਮਾਤਰ ਇਸ ਨੂੰ ਸਮਝਦੇ ਜਾਣਾ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਨਹਿ ਚਤੁਰਾਈ, ਮਾਫ ਕਰਨਾ ਜੀ, ਵਾਹਿਗੁਰੂ। ਚਤੁਰਾਈ ਨ ਕੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ। ਰਹਾਉ, ਇਹ ਰਹਾਉ ਵਾਲਾ ਪਦਾ ਹੈ। ਇਸ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਚਤੁਰਾਈ ਨ ਚੀਨਿਆ ਜਾਏ। ਮਨੁੱਖ ਚਤੁਰਾਈਆਂ ਦੇ ਨਾਲ ਜਿਹੜਾ ਵਾ ਜ਼ਿੰਦਗੀ ਦੇ ਵਿੱਚ ਬੜੀਆਂ ਚਤੁਰਾਈਆਂ ਕਰਦਾ, ਮੈਂ ਆਹ ਹਾਸਲ ਕਰ ਲਵਾਂ, ਤੇ ਸਤਿਗੁਰੂ ਕਹਿੰਦੇ ਨਹੀਂ। ਚੀਨਿਆ ਦਾ ਭਾਵ ਹੈ ਪਛਾਣਿਆ, ਚੀਨਿਆ ਜਾਏ ਪਛਾਣਿਆ ਜਾਣਾ, ਪਛਾਣ ਕਰਨੀ। ਜੇ ਮਨੁੱਖ ਆਖ ਕੇ ਮੈਂ ਚਤੁਰਾਈ ਦੇ ਨਾਲ ਪ੍ਰਭੂ ਨੂੰ ਪਛਾਣ ਲਵਾਂ ਤੇ ਉਹਦੀ ਪਛਾਣ ਨਹੀਂ ਹੁੰਦੀ। ਫਿਰ ਉਹ ਕਦੀ ਆਖੇਗਾ ਇਹਦੇ ਵਿੱਚ ਵਸਦਾ, ਕਦੇ ਕਹਿੰਦਾ ਨਹੀਂ। ਅੱਜ ਕੱਲ੍ਹ ਅਸੀਂ ਵੇਖਦੇ ਹੀ ਹਾਂ ਕਿ ਚਤੁਰਾਈਆਂ ਦੇ ਨਾਲ ਮਨੁੱਖ ਕਹਿੰਦਾ ਕਿ ਮੈਂ ਪ੍ਰਮਾਤਮਾ ਨੂੰ ਪਾ ਲਵਾਂਗਾ ਜਾਂ ਪਾ ਲੈਂਦਾ ਹਾਂ, ਪਰ ਅਸਲ ਵਿੱਚ ਪ੍ਰਮਾਤਮਾ ਮਿਲਦਾ ਨਹੀਂ। ਉਹ ਹੰਕਾਰ ਵਿੱਚ ਬੱਝਾ ਹੋਇਆ ਜਿਹੜਾ ਆਪਣਾ ਜੀਵਨ ਬਤੀਤ ਕਰੀ ਜਾਂਦਾ। ਤੇ ਗੁਰੂ ਸਾਹਿਬ ਵੀ ਬਖਸ਼ਿਸ਼ ਕਰ ਰਹੇ ਨੇ ਕਿ ਚਤੁਰਾਈ ਦੇ ਨਾਲ ਜਿਹੜਾ ਵਾ ਉਸ ਪ੍ਰਮਾਤਮਾ ਦੀ ਪਛਾਣ ਨਹੀਂ ਹੁੰਦੀ। ਉਹਨੂੰ ਕਦੇ ਵੀ ਚਤੁਰਾਈ ਦੇ ਨਾਲ ਪਛਾਣਿਆ ਨਹੀਂ ਜਾ ਸਕਦਾ। ਬਿਨ ਮਾਰੇ ਕਿਉਂ ਕੀਮਤ ਪਾਏ। ਭਾਵ ਜੇ ਕਦਰ ਪਵਾਉਣੀ ਹੈ ਤੇ ਆਪਣੇ ਮਨ ਨੂੰ ਮਾਰਨਾ ਪੈਣਾ। ਕਿੱਧਰੋਂ? ਵਿਕਾਰਾਂ ਵੱਲੋਂ। ਜੇ ਇਹ ਵਿਕਾਰਾਂ ਵੱਲੋਂ ਨਹੀਂ ਮਰਿਆ, ਫਿਰ ਇਹਦੇ ਅੰਦਰ ਵਿਕਾਰ ਹੀ ਹੋਣਗੇ। ਇਹ ਸਾਹਮਣੇ ਦਰਸਾਉਣ ਨੂੰ ਤੇ ਦਰਸਾਏਗਾ ਤੇ ਜ਼ਰੂਰ ਕਿ ਮੈਂ ਬੜੀ ਬੰਦਗੀ ਵਾਲਾ ਹਾਂ, ਪਰ ਅਸਲ ਵਿੱਚ ਇਹ ਠੱਗ ਹੈ। ਗੁਰੂ ਸਾਹਿਬ ਕਹਿੰਦੇ ਨੇ ਅਸਲ ਵਿੱਚ ਇਹ ਉਹ ਸਤਿਕਾਰ ਦਾ ਹੱਕਦਾਰ ਨਹੀਂ। ਅਸਲ ਵਿੱਚ ਸਤਿਕਾਰ ਦਾ ਉਹ ਹੱਕਦਾਰ ਹੈ ਜਿਹਨੇ ਆਪਣੇ ਮਨ ਨੂੰ ਮਾਰ ਲਿਆ ਵਿਕਾਰਾਂ ਵੱਲੋਂ, ਵਿਕਾਰਾਂ ਦੀ ਦੌੜ ਵੱਲੋਂ, ਪੰਜਾਂ ਵਿਕਾਰਾਂ ਨੂੰ ਵੱਸ ਵਿੱਚ ਕਰ ਲਿਆ, ਤੇ ਫਿਰ ਅਸਲ ਵਿੱਚ ਉਹ ਪ੍ਰਮਾਤਮਾ ਦੇ ਨੇੜੇ ਟੁੱਕਦਾ ਹੈ। ਪਰ ਉਹ ਜਿਹੜਾ ਆਪਣੇ ਮਨ ਨੂੰ ਵੱਸ ਵਿੱਚ ਕਰ ਲੈਂਦਾ, ਵਿਕਾਰਾਂ ਵੱਲੋਂ ਮੋੜ ਲੈਂਦਾ। ਘਰ ਮੈਂ ਅੰਮ੍ਰਿਤ ਤਸਕਰ ਲਈ, ਨੰਨਾ ਕਾਰ ਨਾ ਕੋਈ ਕਰੀ। ਰਾਖੈ ਆਪ ਵਡਿਆਈ ਦੇਈ। ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਘਰ ਮੈਂ ਅੰਮ੍ਰਿਤ ਤਸਕਰ ਲਈ। ਤਸਕਰ ਕਹਿੰਦੇ ਚੋਰ। ਮਨੁੱਖ ਦੇ ਹਿਰਦੇ ਘਰ ਵਿੱਚ ਕੀ ਹੈ? ਅੰਮ੍ਰਿਤ, ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ, ਜੋ ਪ੍ਰਮਾਤਮਾ ਨੇ ਪਾ ਕੇ ਭੇਜਿਆ। ਪਰ ਮੋਹ ਮਾਇਆ ਵਿੱਚ ਇਹ ਫਸਿਆ ਹੋਇਆ ਜਿਹੜਾ ਅੰਮ੍ਰਿਤ ਅੰਦਰ ਵਸਿਆ ਹੋਇਆ ਸੀ, ਉਹਨੂੰ ਚੁਰਾਈ ਜਾ ਰਿਹਾ। ਭਾਵ ਚੋਰ ਜਿਹੜੇ ਨੇ, ਪੰਜ ਰੂਪੀ ਵਿਕਾਰ ਜਿਹੜੇ ਚੋਰ ਇਹਦੇ ਅੰਮ੍ਰਿਤ ਰੂਪੀ, ਨਾਮ ਰੂਪੀ ਅੰਮ੍ਰਿਤ ਦੇ ਜਿਹੜੀ ਲੁੱਟ ਕਰੀ ਜਾ ਰਹੇ ਨੇ। ਨੰਨਾ ਕਾਰਨਾ ਕੋਈ ਕਰੀ। ਚੋਰ ਇਹਦੇ ਅੰਦਰੋਂ, ਇਹਦੇ ਅੰਦਰ ਪੈਦਾ ਕੀਤਾ ਹੋਇਆ, ਦਿੱਤਾ ਹੋਇਆ ਅੰਮ੍ਰਿਤ ਜਿਹੜਾ ਉਹ ਚੁਰਾਈ ਜਾ ਰਹੇ ਨੇ। ਇਹ ਮਨ ਇੰਨਾ ਆਕੀ ਹੋਇਆ ਪਿਆ ਕਿ ਕੋਈ ਜੀਵ ਇਸ ਦੇ ਅੱਗੇ ਨਾ ਨੁੱਕਰ ਨਹੀਂ ਕਰ ਸਕਦਾ। ਇੰਨਾ ਜ਼ਿਆਦਾ ਜਿਹੜਾ ਆਕੀ ਹੋ ਗਿਆ ਪ੍ਰਮਾਤਮਾ ਦੇ ਨਾਮ ਤੋਂ। ਕੋਈ ਵੀ ਇਨਕਾਰ ਨਹੀਂ ਕਰਦਾ ਹੁਣ ਇਹਨੂੰ। ਰਾਖੇ ਆਪ ਵਡਿਆਈ ਦੇਈ। ਹਾਂ, ਸਤਿਗੁਰੂ ਰਹਿਮਤ ਕਰੇ, ਪ੍ਰਮਾਤਮਾ ਆਪ ਜਿਸ ਦੇ ਅੰਦਰ
ਵਸਦੇ ਅੰਮ੍ਰਿਤ ਦੀ ਜਿਹੜਾ ਪ੍ਰਮਾਤਮਾ ਨੇ ਅੰਮ੍ਰਿਤ ਧਰਿਆ ਰਾਖੀ ਕਰਦਾ ਹੈ, ਉਸ ਦੀ ਵਡਿਆਈ ਉਹਨੂੰ ਫਿਰ ਮਿਲਦੀ ਹੈ, ਉਹ ਬਖਸ਼ਿਸ਼ ਕਰ ਦਿੰਦਾ ਹੈ। ਵਡਿਆਈ ਦੇਈ ਉਹ ਆਪ ਉਸ ਮਨੁੱਖ ਨੂੰ ਫਿਰ ਇਹ ਵਡਿਆਈ ਜਿਹੜੀ ਬਖਸ਼ਿਸ਼ ਰੂਪ ਵਿੱਚ ਦਿੰਦਾ ਹੈ। ਪਰ ਜਿਹੜਾ ਮਨੁੱਖ ਨਾ ਨੁੱਕਰ ਵਿੱਚ ਫਸਿਆ ਰਹਿੰਦਾ ਹੈ, ਮੈਂ ਕਰਾਂ ਪ੍ਰਮਾਤਮਾ ਦਾ ਨਾਮ ਜਪਾਂ ਜਾਂ ਨਾ ਜਪਾਂ, ਉਹ ਸਦਾ ਜਿਹੜਾ ਵਾ ਨਾ ਨੁੱਕਰ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਉਹ ਕਦੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪ ਸਕਦਾ। ਨੀਲ ਅਨੀਲ ਅਗਨ ਇਕਠਾਈ, ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲੀਆ ਰਹਿਸ ਗੁਣ ਗਾਈ। ਸਤਿਗੁਰੂ ਜੀ ਇਸ ਤੀਸਰੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਨੀਲ ਅਨੀਲ ਅਗਨ ਇਕਠਾਈ, ਗਿਣਤੀ ਤੋਂ ਪਰੇ ਨੀਲ ਅਨੀਲ ਭਾਵ ਜਿਹੜਾ ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਨਾ, ਉਹ ਬਹੁਤ ਜ਼ਿਆਦਾ ਹੈ ਤੇ ਪਈ ਇੱਕ ਥਾਂ ਹੀ ਹੈ। ਫਿਰ ਸਤਿਗੁਰੂ ਜੀ ਕਹਿੰਦੇ ਵੀ ਇੰਨੀ ਅੱਗ ਹੋਣ ਦੇ ਬਾਵਜੂਦ ਕੀਤਾ ਕਿ ਜਾਏ ਜਲ ਨਿਵਰੀ ਗੁਰ ਬੂਝ ਬੁਝਾਏ। ਫਿਰ ਗੁਰੂ ਸਾਹਿਬ ਕਹਿੰਦੇ ਜਿਸ ਨੂੰ ਗੁਰੂ ਨੇ ਸਮਝ ਬਖਸ਼ੀ ਹੈ ਨਾ, ਉਹ ਇਸ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਲਈ ਫਿਰ ਪ੍ਰਭੂ ਦੀ ਜੋ ਪ੍ਰਭੂ ਦਾ ਨਾਮ ਰੂਪੀ ਜਲ ਹੈ ਨਾ, ਉਹਨੂੰ ਹਾਸਲ ਕਰਦਾ ਹੈ। ਫਿਰ ਧਿਆਨ ਨਾਲ ਸੁਣਨਾ, ਜਿਹਦੇ ਉੱਤੇ ਗੁਰੂ ਬਖਸ਼ਿਸ਼ ਕਰਦਾ ਹੈ, ਉਹ ਫਿਰ ਇਸ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਲਈ ਪ੍ਰਭੂ ਦੇ ਨਾਮ ਰੂਪੀ ਜਲ ਨੂੰ ਆਪਣੇ ਇਸ ਮਨ ਵਿੱਚ ਛੱਟੇ ਮਾਰਦਾ ਹੈ, ਤਾਂ ਕਿ ਇਹ ਅੱਗ ਬੁਝ ਜਾਵੇ। ਕਿਉਂਕਿ ਇੱਕ ਥਾਂ ਤੇ ਪਈ ਹੋਈ ਹੈ ਵੀ ਬੇਅੰਤ। ਇਹਨੂੰ ਬੁਝਾਉਣ ਵਾਸਤੇ ਕੇਵਲ ਇੱਕੋ ਹੀ ਰਸਤਾ ਹੈ, ਪ੍ਰਮਾਤਮਾ ਦਾ ਨਾਮ। ਮਨ ਦੇ ਲੀਆ ਰਹਿਸ ਗੁਣ ਗਾਈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਨੇ ਨਾਮ ਜਲ ਲਿਆ ਹੈ ਨਾ ਪ੍ਰਮਾਤਮਾ ਦਾ, ਕਿੱਦਾਂ ਲਿਆ ਹੈ? ਆਪਣਾ ਮਨ ਦਿੱਤਾ ਹੈ, ਮਨ ਨੂੰ ਗੁਰੂ ਨੂੰ ਸੌਂਪ ਦਿੱਤਾ ਤੇ ਮਨ ਸੌਂਪ ਕੇ ਫਿਰ ਗੁਰੂ ਦੇ ਕੋਲੋਂ ਕੀ ਲਿਆ? ਨਾਮ ਰੂਪੀ ਜਲ, ਅੰਮ੍ਰਿਤ ਰੂਪੀ ਜਲ, ਜਿਹੜਾ ਗੁਰੂ ਸ਼ਬਦ ਰੂਪੀ ਜਲ ਜਿਹੜਾ ਉਹ ਲਿਆ ਹੈ। ਫਿਰ ਉਹ ਚਾਉ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਉਂਦਾ ਹੈ। ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮੈਂ ਆਖੋ ਕੈਸਾ, ਸਾਗਰ ਡੂਗਰ ਨਿਰਭਉ ਐਸਾ। ਜੈਸਾ ਘਰ ਬਾਹਰ ਸੋ ਤੈਸਾ। ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਤਰ੍ਹਾਂ ਦਾ ਵਾਹਿਗੁਰੂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜੈਸਾ ਘਰ ਬਾਹਰ ਸੋ ਤੈਸਾ। ਜਿਸ ਤਰ੍ਹਾਂ ਦਾ ਮਨੁੱਖ ਦਾ ਹਿਰਦਾ ਘਰ ਅੰਦਰੋਂ ਹੈ ਨਾ, ਇਹ ਬਾਹਰ ਵੀ ਉਦਾਂ ਦਾ ਹੀ ਦਿਖਦਾ ਹੈ। ਕਦੇ ਵੀ ਤੁਸੀਂ ਦੇਖਿਓ ਅਹੰਕਾਰੀ ਮਨੁੱਖ, ਉਹਦੇ ਚਿਹਰੇ ਤੋਂ, ਉਹਦੇ ਚਾਲ ਚੱਲਣ ਤੋਂ, ਪਹਿਰਾਵਾ ਭਾਵੇਂ ਉਹਨੇ ਧਾਰਮਿਕ ਪਾਇਆ ਹੋਵੇ, ਪਰ ਉਹਦੀ ਚਾਲ ਚੱਲਣ ਤੋਂ ਕਹਿ ਦਿੰਦੇ ਕਿ ਵੀ ਧਰਮੀ ਮਨੁੱਖ ਨਹੀਂ, ਇਹ ਤਾਂ ਮੂੜਮਤੀ ਹੈ, ਬੜਾ ਅਹੰਕਾਰ ਦੇ ਵਿੱਚ ਬੋਲਦਾ ਹੈ। ਤੇ ਕਈ ਵਾਰ ਅਸੀਂ ਵੇਖਦੇ ਹਾਂ ਕਿ ਧਰਮੀ ਪੈਸ਼ਾਕਾ ਨਹੀਂ ਪਾਇਆ ਹੁੰਦਾ, ਪਰ ਜਦੋਂ ਉਹਦੇ ਲਾਗੋਂ ਅਸੀਂ ਲੰਘਦੇ ਹਾਂ, ਉਹਦੀ ਆਓ ਭਗਤ, ਉਹਦੀ ਬੋਲ ਚਾਲ ਤੋਂ ਅਸੀਂ ਕਹਿੰਦੇ ਨੇ ਕਿ ਬੜਾ ਭਗਤ ਬੰਦਾ ਹੈ ਭਈ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਮਨੁੱਖ ਦਾ ਅੰਦਰ ਹੈ ਨਾ, ਉਹੋ ਜਿਹਾ ਹੀ ਉਹ ਬਾਹਰ ਦਿਖਦਾ ਹੈ। ਜੈਸਾ ਘਰ ਬਾਹਰ ਸੋ ਤੈਸਾ। ਜਿਸ ਤਰ੍ਹਾਂ ਦਾ ਉਹਦਾ ਹਿਰਦਾ ਘਰ ਹੈ, ਉਸੇ ਤਰ੍ਹਾਂ ਦਾ ਹੀ ਉਹ ਬਾਹਰ ਉਹਦੇ ਸਰੀਰ ਦੇ ਵਿੱਚੋਂ ਸਾਹਮਣੇ ਮਨੁੱਖਾਂ ਨੂੰ ਉਹ ਜਿਹੜਾ ਦਿਖਦਾ ਹੈ। ਉਦਾਹਰਨ ਦਿੱਤੀ ਹੈ ਕਿ ਜਿਸ ਤਰ੍ਹਾਂ ਹਾਥੀ ਜੰਗਲ ਵਿੱਚ ਘੁੰਮਦਾ ਹੈ, ਜੇ ਉਹਦੇ ਸਿਰ ਉੱਤੇ ਕੁੰਡਾ ਨਹੀਂ ਨਾ, ਉਹ ਜੰਗਲ ਵਿੱਚ ਵੀ ਬੇਫਿਕਰ ਹੋ ਕੇ ਘੁੰਮਦਾ ਰਹਿੰਦਾ ਹੈ। ਤੇ ਜੇ ਉਹ ਸੜਕ ਉੱਤੇ ਆ ਜਾਵੇ ਜਾਂ ਕਿਸੇ ਸ਼ਹਿਰ ਵਿੱਚ ਵੜ ਜਾਵੇ, ਕਿਸੇ ਪਿੰਡ ਵਿੱਚ ਆ ਜਾਵੇ, ਤੇ ਫਿਰ ਉੱਥੇ ਉਹ ਉਸੇ ਤਰ੍ਹਾਂ ਦਾ ਹੀ ਜਿਹੜਾ ਜਿਸ ਤਰ੍ਹਾਂ ਦਾ ਜੰਗਲ ਵਿੱਚ ਘੁੰਮਦਾ, ਉਸੇ ਤਰ੍ਹਾਂ ਹੀ ਉਹ ਆਣ ਕੇ ਘੁੰਮਦਾ ਹੈ। ਉਦਾਹਰਨ ਇਹ ਦਿੱਤੀ ਹੈ। ਤੇ ਇਹ ਉਦਾਹਰਨ ਇਸ ਲਈ ਦਿੱਤੀ ਹੈ ਕਿ ਭਾਈ ਜੇ ਤੇਰੇ ਅੰਦਰ ਅਹੰਕਾਰ ਹੈ ਤੇ ਬਾਹਰ ਵੀ ਤੇਰੇ ਅਹੰਕਾਰ ਦੇਖੇਗਾ, ਭਾਵੇਂ ਤੂੰ ਜਿੰਨਾ ਮਰਜ਼ੀ ਆਪਣੇ ਤਨ ਉੱਤੇ ਸ਼ਿੰਗਾਰ ਕਰ ਲੈ, ਪਰ ਤੇਰਾ ਮਨ ਜਿਸ ਤਰ੍ਹਾਂ ਦਾ ਮਨ ਹੈ ਉਸੇ ਤਰ੍ਹਾਂ ਦਾ ਤੂੰ ਬਾਹਰ ਦਿਖੇਗਾ। ਬੈਸ ਗੁਫਾ ਮੈਂ ਆਖੋ ਕੈਸਾ। ਹੁਣ ਜੇ ਕੋਈ ਆਖੇ ਕਿ ਮੈਂ ਪਹਾੜ ਦੀਆਂ ਗੁਫਾਵਾਂ ਵਿੱਚ ਬੈਠ ਜਾਵਾਂ, ਗੁਰੂ ਸਾਹਿਬ ਕਹਿੰਦੇ ਪਹਾੜ ਦੀਆਂ ਗੁਫਾ ਵਿੱਚ ਵੀ ਬੈਠ ਕੇ ਮੈਂ ਕੀ ਆਖਾਂ।
कि किहो जिहा बन गया है। गुफा विच टिके रिहां भी ये मन अमोड़ ही रहिंदा है, भावें जिन्ना मर्जी इहनूं गुफावां दे विच लै जावो, ਜਦੋਂ तक ਇਹਦੇ अंदर परमात्मा ਦਾ नाम नहीं वसदा, ਉਹਦੇ गुण नहीं वसदे, उदों तक ਇਹਦਾ मन ਜਿਹੜਾ है ਉਹ ਉਸੇ ਤਰ੍ਹਾਂ ਦਾ ਹੀ ਰਹੇਗਾ। ਸਾਗਰ ਡੂਗਰ ਨਿਰਭਉ ਐਸਾ, ਸਮੁੰਦਰ ਵਿੱਚ ਵੜੇ, ਤੀਰਥਾਂ ਵਿੱਚ ਚੁੱਭੀ ਲਾਏ, ਚਾਹੇ ਪਹਾੜ ਦੀਆਂ ਗੁਫਾਵਾਂ ਵਿੱਚ ਬੈਠੇ, ਇਹ ਇੱਕੋ ਜਿਹਾ ਨਿਡਰ ਹੀ ਰਹਿੰਦਾ ਹੈ ਜਦੋਂ ਤੱਕ ਇਹਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ। ਅੱਗੇ ਚੌਥੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮੋਏ ਕਉ ਕਹु ਮਾਰੇ ਕੌਣ, ਨਿਡਰੇ ਕਉ ਕੈਸਾ ਡਰ ਕਵਨ, ਸ਼ਬਦ ਪਛਾਨੈ ਤੀਨੇ ਭਵਨ ਭਾਵਨ। ਹੁਣ ਸਤਿਗੁਰੂ ਜੀ ਇਸ ਪੰਜਵੇਂ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਪਰ ਜੇ ਮਨ ਰੂਪੀ ਹਾਥੀ ਜਿਹੜਾ ਗੁਰੂ ਰੂਪੀ ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵੱਲੋਂ ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ, ਕਿਉਂਕਿ ਇਸ ਵਿੱਚ ਹਾਥੀ ਦੀ ਉਦਾਹਰਨ ਦਿੱਤੀ ਹੈ ਤੇ ਨਾਲ ਉਹਦੇ ਸਿਰ ਉੱਤੇ ਜਿਹੜਾ ਅੰਕ ਸੁਭਾਵ ਕੁੰਡਾ ਰੱਖਿਆ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਜੇ ਇਹਦੇ ਮਨ ਉੱਤੇ ਜਿਹੜਾ ਮਨ ਕੀ ਹੈ ਹਾਥੀ ਹੈ ਤੇ ਗੁਰੂ ਕੀ ਹੈ ਕੁੰਡਾ ਹੈ। ਜੇ ਇਹ ਮਨ ਮਨ ਰੂਪੀ ਹਾਥੀ ਗੁਰੂ ਰੂਪੀ ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵੱਲੋਂ ਮਰ ਜਾਏ, ਭਾਵ ਹੁਣ ਇਹ ਜਿਸ ਤਰ੍ਹਾਂ ਹਾਥੀ ਜੰਗਲ ਵਿੱਚ ਬੇਝਿਜਕ ਰਹਿ ਰਿਹਾ ਹੈ, ਜਦੋਂ ਉਹਦੇ ਸਿਰ ਉੱਤੇ ਉਹਨੂੰ ਪਕੜ ਕੇ ਉਹਦੇ ਸਿਰ ਉੱਤੇ ਕੁੰਡਾ ਰੱਖਿਆ ਜਾਂਦਾ ਫਿਰ ਉਹ ਉਸ ਕੁੰਡੇ ਦੇ ਅਧੀਨ ਹੋ ਜਾਂਦਾ। ਇਸੇ ਤਰ੍ਹਾਂ ਜੇ ਮਨ ਇਸ ਸੰਸਾਰ ਦੇ ਖੁੱਲੇ ਭਰਮ ਭੁਲੇਖਿਆਂ ਵਿੱਚੋਂ ਦੂਰ ਹੋ ਕੇ ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਕੁੰਡੇ ਨੂੰ ਸਿਰ ਉੱਤੇ ਰੱਖ ਲਵੇ ਤਾਂ ਫਿਰ ਜਿਹੜਾ ਵਾ ਇਹ ਕਦੇ ਵੀ ਇਹਨੂੰ ਵਿਕਾਰਾਂ ਦੀ ਜਿਹੜੀ ਚੋਟ ਨਹੀਂ ਆਏਗੀ। ਮੁਏ ਕੋ ਕਹु ਮਾਰੇ ਕੌਣ, ਨਿਡਰੇ ਕੋ ਕੈਸਾ ਡਰ, ਸ਼ਬਦ ਪਛਾਨੈ ਤੀਨੇ ਭਉ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜੇ ਗੁਰੂ ਕੁੰਡੇ ਦੇ ਡਰ ਵਿੱਚ ਰਹਿ ਕੇ ਨਿਡਰ ਦਲੇਰ ਹੋ ਜਾਏ ਤਾਂ ਦੁਨੀਆ ਵਾਲਾ ਕੋਈ ਡਰ ਇਹਨੂੰ ਪੋ ਨਹੀਂ ਸਕਦਾ, ਕਿਉਂਕਿ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ ਇਸ ਦਾ ਰਾਖਾ ਪ੍ਰਮਾਤਮਾ ਤਿੰਨਾਂ ਹੀ ਭਵਨਾਂ ਵਿੱਚ ਹਰ ਥਾਂ ਵਸਦਾ ਹੈ। ਜਿਨ ਕਹਿਆ ਤਿਨ ਕਹਨ ਵਖਾਨਿਆ, ਜਿਨ ਬੁਝਿਆ ਤਿਨ ਸਹਿਜ ਪਛਾਨਿਆ, ਦੇਖ ਵਿਚਾਰ ਮੇਰਾ ਮਨ ਮਾਨਿਆ। ਹੁਣ ਇਸ ਛੇਵੇਂ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਨ ਕਹਿਆ ਤਿਨ ਕਹਨ ਵਖਾਨਿਆ, ਜਿਸ ਮਨੁੱਖ ਨੇ ਮੇਰੀ ਮਨ ਦੀ ਚਤੁਰਾਈ ਨਾਲ ਹੀ ਇਹ ਕਹਿ ਦਿੱਤਾ ਕਿ ਪ੍ਰਮਾਤਮਾ ਤਿੰਨਾਂ ਭਵਨਾਂ ਵਿੱਚ ਹਰ ਥਾਂ ਮੌਜੂਦ ਹੈ, ਉਸਨੇ ਜ਼ਬਾਨੀ ਹੀ ਆਖ ਦਿੱਤਾ। ਉਸਦਾ ਮਨ ਹਾਥੀ ਅਜੇ ਵੀ ਅਮੋੜ ਹੈ, ਭਾਵ ਉਹ ਮੁੜਨ ਵਾਲਾ ਨਹੀਂ, ਅਜੇ ਵੀ ਉਹ ਕੇਵਲ ਜ਼ਬਾਨੀ ਕਲਾਮੀ ਕਹਿ ਰਿਹਾ ਹੈ। ਜਿਨ ਬੁੱਝਿਆ ਤਿਨ ਸਹਿਜ ਪਛਾਨਿਆ, ਪਰ ਜਿਨ੍ਹਾਂ ਨੇ ਬੁੱਝ ਲਿਆ, ਜਿਹੜੇ ਗੁਰੂ ਅੰਕੁਸ਼ ਦੇ ਅਧੀਨ ਹੋ ਗਏ, ਭਾਵ ਗੁਰੂ ਰੂਪ ਕੁੰਡੇ ਦੇ ਅਧੀਨ ਹੋ ਕੇ ਗੁਰੂ ਸ਼ਬਦ ਦੇ ਅਧੀਨ ਹੋ ਕੇ ਆਪਣੇ ਮਨ ਦੇ ਅੰਦਰ ਪ੍ਰਮਾਤਮਾ ਨੂੰ ਪਛਾਣ ਲੈਂਦੇ ਹਨ, ਉਹਨਾਂ ਦੇ ਅੰਦਰ ਆਤਮਿਕ ਜਿਹੜੀ ਅਵਸਥਾ ਹੈ ਅਡੋਲ ਆਤਮਿਕ ਅਵਸਥਾ ਟਿਕ ਜਾਂਦੀ ਹੈ, ਭਾਵ ਉਸ ਸਹਿਜ ਅਵਸਥਾ ਵਿੱਚ ਟਿਕ ਜਾਂਦੇ ਹਨ। ਦੇਖ ਵਿਚਾਰ ਮੇਰਾ ਮਨ ਮਾਨਿਆ, ਹਰ ਥਾਂ ਪ੍ਰਭੂ ਦਾ ਦਰਸ਼ਨ ਕਰਕੇ ਪ੍ਰਭੂ ਦੇ ਗੁਣਾਂ ਦੇ ਵਿਚਾਰ ਕੇ ਉਸਦਾ ਭਾਵ ਮੇਰਾ ਆਖਣ ਵਾਲਾ ਜਿਹੜਾ ਮਨ ਸੀ ਉਹ ਪ੍ਰਭੂ ਦੀ ਸਿਫਤ ਸਲਾਹ ਵਿੱਚ ਗਿੱਝ ਜਾਂਦਾ ਹੈ। ਹੁਣ ਸਤਿਗੁਰੂ ਜੀ ਅੱਗੇ 7ਵੇਂ ਪਦੇ ਵਿੱਚ ਬਖਸ਼ਿਸ਼ ਕਰ ਰਹੇ ਹਨ, ਕੀਰਤ ਸੂਰਤ ਮੁਕਤ ਇਕ ਨਾਈ, ਤਹੀ ਨਿਰੰਜਨ ਰਹਿਆ ਸਮਾਈ, ਨਿਜ ਕਰ ਵਿਆਪ ਰਹਿਆ ਨਿਜ ਠਾਈ। ਹੁਣ ਇਸ 7ਵੇਂ ਪਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਗੁਰੂ ਸਾਹਿਬ ਕਿ ਜਿਸ ਹਿਰਦੇ ਵਿੱਚ ਇੱਕ ਪ੍ਰਮਾਤਮਾ ਦੀ ਸਿਫਤ ਸਲਾਹ ਹੈ ਉੱਥੇ ਸੋਭਾ ਹੈ, ਉੱਥੇ ਸੁੰਦਰਤਾ ਹੈ, ਉੱਥੇ ਵਿਕਾਰਾਂ ਤੋਂ ਖਲਾਸੀ ਹੈ। ਕੀਰਤ ਸੋਭਾ, ਸੂਰਤ ਸੁੰਦਰਤਾ, ਮੁਕਤ ਵਿਕਾਰਾਂ ਤੋਂ ਖਲਾਸੀ ਤੇ ਵਡਿਆਈ, ਨਾਈ ਦਾ ਭਾਵ ਹੈ ਵਡਿਆਈ, ਭਾਵ ਉੱਥੇ ਵਿਕਾਰਾਂ ਤੋਂ ਬਿਲਕੁਲ ਐਨ ਖਲਾਸੀ ਹੈ। ਪ੍ਰਭੂ ਦੇ ਨਾਮ ਦੇ ਨਾਲ ਉਸ ਮਨੁੱਖ ਨੂੰ ਫਿਰ ਵਡਿਆਈ ਮਿਲਦੀ। ਤਹੀ ਨਿਰੰਜਨ ਰਿਹਾ ਸਮਾਈ, ਉੱਥੇ ਹੀ ਪ੍ਰਮਾਤਮਾ ਵਸਦਾ ਹੈ, ਜਿੱਥੇ ਸੋਭਾ ਹੈ, ਸੁੰਦਰਤਾ ਹੈ, ਵਿਕਾਰਾਂ ਤੋਂ ਖਲਾਸੀ ਹੈ ਤੇ ਵਡਿਆਈ ਹੈ। ਨਿਜ ਕਰ ਵਿਆਪ ਰਹਿਆ ਨਿਜ ਠਾਈ,
ਫਿਰ ਉਸ ਹਿਰਦੇ ਘਰ ਵਿੱਚ ਪ੍ਰਮਾਤਮਾ ਆਪ ਜਿਹੜਾ ਬੈਠਾ ਹੈ, ਆਪ ਉਹਨੇ ਆਪਣਾ ਨਿਵਾਸ ਸਥਾਨ ਬਣਾ ਲਿਆ ਹੈ ਤੇ ਉੱਥੇ ਬੈਠ ਕੇ ਉਹ ਫਿਰ ਸਦਾ ਆਪਣੇ ਸੇਵਕ ਦੀ ਪੈਜ ਰੱਖਦਾ ਹੈ। ਉਸਤਤ ਕਰਹਿ ਕੇਤੇ ਮਨ ਪ੍ਰੀਤ, ਵਾਹਿਗੁਰੂ ਨਿਜ ਘਰ ਵਿਆਪ ਰਿਹਾ ਨਿਜ ਠਾਈ। ਉਹ ਸਦਾ ਇੱਕ ਥਾਂ ਜਿਹੜਾ ਹੈ ਉਹ ਪ੍ਰਮਾਤਮਾ ਹਰ ਵੇਲੇ ਫਿਰ ਉਸ ਹਿਰਦੇ ਘਰ ਵਿੱਚ ਮੌਜੂਦ ਰਹਿੰਦਾ ਹੈ। ਅਖੀਰਲਾ ਪਦਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਸਤਤ ਕਰਹਿ ਕੇਤੇ ਮਨ ਪ੍ਰੀਤ, ਤਨ ਮਨ ਸੂਚੈ ਸਾਠ ਸੁਚੀਤ, ਨਾਨਕ ਹਰਿ ਭਜ ਨੀਤਾ ਨੀਤ। ਸਤਿਗੁਰੂ ਜੀ ਇਸ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਉਸਤਤ ਕਰਹਿ ਕੇਤੇ ਮਨ ਪ੍ਰੀਤ। ਅਨੇਕਾਂ ਹੀ ਮੁਨੀ ਜਿਹੜੇ ਨੇ ਉਹ ਆਪਣੇ ਮਨ ਰੂਪੀ ਹਾਥੀ ਨੂੰ ਗੁਰੂ ਰੂਪੀ ਕੰਡੇ ਦੇ ਅਧੀਨ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਕੇਵਲ ਇਹ ਨਹੀਂ ਕਿ ਸਾਰੇ ਰਿਸ਼ੀ ਮੁਨੀ ਇੱਕੋ ਜਿਹੇ ਹੋਏ ਨੇ, ਅਨੇਕਾਂ ਮੁਨੀ ਐਸੇ ਵੀ ਨੇ ਜਿਨ੍ਹਾਂ ਨੇ ਆਪਣੇ ਮਨ ਰੂਪੀ ਜਿਹੜੇ ਮਨ ਰੂਪੀ ਹਾਥੀ ਨੂੰ ਗੁਰੂ ਰੂਪੀ ਕੁੰਡੇ ਦੇ ਅਧੀਨ ਕਰਕੇ ਮਨ ਨੂੰ ਜਿਹੜਾ ਤੀਜ ਲਿਆ। ਤਨ ਮਨ ਸੂਚੈ ਸਾਚ ਸੁਚੀਤ, ਜਿਨ੍ਹਾਂ ਨੇ ਆਪਣੇ ਸਰੀਰ ਨੂੰ ਪਵਿੱਤਰ ਕੀਤਾ ਹੈ, ਆਪਣੇ ਮਨ ਨੂੰ ਪਵਿੱਤਰ ਕੀਤਾ ਹੈ ਤੇ ਸਰੀਰ ਤੇ ਮਨ ਨੂੰ ਪਵਿੱਤਰ ਕਰਕੇ ਫਿਰ ਉਹਦੇ ਪਿਆਰ ਵਿੱਚ ਜੁੜ ਕੇ ਉਹ ਸਦਾ ਪ੍ਰਮਾਤਮਾ ਦੀ ਸਾਚ ਸੁਚੀਤ ਉਹਦੇ ਵਿੱਚ ਸਿਫਤ ਸਲਾਹ ਦੇ ਵਿੱਚ ਆਪਣਾ ਚਿੱਤ ਜੋੜੀ ਰੱਖਦੇ ਹਨ। ਨਾਨਕ ਹਰਿ ਭਜ ਨੀਤਾ ਨੀਤ, ਐਸੇ ਪ੍ਰਭੂ ਨੂੰ ਹੇ ਭਾਈ ਤੂੰ ਵੀ ਇਸੇ ਤਰ੍ਹਾਂ ਸਦਾ ਗਾਉਂਦਾ ਰਹੋ। ਭਜ ਭਾਵ ਉਹਦੀ ਬੰਦਗੀ ਕਰ, ਉਹਦਾ ਸਿਮਰਨ ਕਰ, ਨੀਤਾ ਨੀਤ ਰੋਜ਼ਾਨਾ ਹੀ, ਇਹ ਨਹੀਂ ਇੱਕ ਦਿਨ, ਹਰ ਰੋਜ਼ ਹੀ ਰੋਜ਼ਾਨਾ ਹੀ ਉਹਦੀ ਸਿਫਤ ਸਲਾਹ ਕਰ, ਜਿਹੜਾ ਪ੍ਰਮਾਤਮਾ ਸਾਰਿਆਂ ਦੇ ਉੱਤੇ ਬਖਸ਼ਿਸ਼ ਕਰਦਾ ਹੈ। ਸੋ ਅਸੀਂ ਅੱਜ ਇਸ ਦੋ ਅਸ਼ਟਪਦੀਆਂ ਦੀ ਵਿਚਾਰ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖਣ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ। ਆਓ ਅੰਤ ਗੁਰ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।